ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਮੈਂ ਹਾਂ ਸੁਰਿੰਦਰ ਡੱਲਾ ਤੇ ਤੁਸੀਂ ਵੇਖ ਰਹੇ ਹੋ ਸਾਡਾ ਬਹੁਤ ਹੀ ਖਾਸ ਪ੍ਰੋਗਰਾਮ ਖਬਰ ਪੜਤਾਲ। ਸੀਨੀਅਰ ਪੱਤਰਕਾਰ ਮਨਪ੍ਰੀਤ ਰੰਧਾਵਾ ਜੀ ਵੀ ਮੇਰੇ ਨਾਲ ਮੌਜੂਦ ਰਹਿੰਦੇ ਨੇ। ਮਨਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਡੱਲਾ ਜੀ। ਬਹੁਤ ਧੰਨਵਾਦ ਜੀ। ਮਨਪ੍ਰੀਤ ਜੀ, ਪੰਜਾਬੀ ਬੜੇ ਸੂਝਵਾਨ ਹੁੰਦੇ ਨੇ ਤੇ ਪੰਜਾਬੀ ਗੱਲ ਵੀ ਫੜ ਲੈਂਦੇ ਨੇ। ਬਹੁਤ ਸਾਰੇ ਪੰਜਾਬੀ ਅਕਸਰ ਮੈਨੂੰ ਸਵਾਲ ਵੀ ਕਰਦੇ ਨੇ ਕਿ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਗੱਲ ਜ਼ਿਆਦਾ ਕਿਉਂ ਕਰਦੇ ਹੋ। ਹੁਣ ਗੱਲ ਕਿਉਂਕਿ ਅੱਜ ਸ਼ੁਰੂ ਫੇਰ ਨਵਜੋਤ ਸਿੰਘ ਸਿੱਧੂ ਤੋਂ ਕਰਨੀ ਹੈ। ਸਵਾਲ ਭਗਵੰਤ ਮਾਨ ਤੋਂ ਹੋਣੇ ਨੇ, ਅਰਵਿੰਦ ਕੇਜਰੀਵਾਲ ਤੋਂ ਹੋਣੇ ਨੇ। ਗੱਲ ਸਾਡੇ ਜੁਗਾੜੂ ਰੇਹੜੀ ਵਾਲਿਆਂ ਦੀ ਬਹੁਤ ਵੱਡੀ ਹੋ ਗਈ, ਪਰ ਨਵਜੋਤ ਸਿੰਘ ਸਿੱਧੂ ਦੀ ਗੱਲ ਕਿਉਂ ਕਰਨੀ ਹੈ। ਇੱਕ ਅਪੀਲ ਵੀ ਹੈ ਮੇਰੀ ਸਾਰੇ ਸੂਝਵਾਨ ਪੰਜਾਬੀਆਂ ਨੂੰ ਕਿ ਤੁਸੀਂ ਰੋਜ਼ ਸਾਨੂੰ ਨਾਮ ਸੁਝਾਇਆ ਕਰੋ ਕਿ ਇਸ ਲੀਡਰ ਨੇ ਆਹ ਮੁੱਦਾ ਚੱਕਿਆ, ਡੱਲਾ ਜੀ ਇਸ ਲੀਡਰ ਦੀ ਗੱਲ ਕਰੋ, ਤੇ ਫਿਰ ਮੈਂ ਉਸ ਲੀਡਰ ਦੀ ਗੱਲ ਰੋਜ਼ ਕਰਿਆ ਕਰੂੰ। ਤੁਸੀਂ ਮੈਨੂੰ ਰੋਜ਼ ਦੱਸਣਾ ਹੈ ਕਿ ਪੰਜਾਬ ਦੇ ਵੱਡੇ ਲੀਡਰਾਂ ਨੇ ਕਿਹੜੇ ਵੱਡੇ ਮੁੱਦੇ ਚੱਕੇ, ਉਹਦੇ ਤੇ ਸੰਘਰਸ਼ ਕੀਤਾ ਹੈ, ਤਾਂ ਕਿ ਮੈਂ ਸਾਰਾ ਦਿਨ ਪ੍ਰੋਗਰਾਮਾਂ 'ਚ ਉਸ ਲੀਡਰ ਦਾ ਜ਼ਿਕਰ ਕਰਾਂ। ਅੱਜ ਨਵਜੋਤ ਸਿੰਘ ਸਿੱਧੂ ਦੀ ਗੱਲ ਮੋੜ ਇਸ ਕਰਕੇ ਬਣਦੀ ਹੈ ਵੀ ਕੱਲ ਨਵਜੋਤ ਸਿੰਘ ਸਿੱਧੂ ਨੇ ਇੱਕ ਟਵੀਟ ਕੀਤਾ। ਉਹ ਟਵੀਟ ਕਰਕੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਜੀ ਦਾ ਉਹ ਬਿਆਨ ਤਾਜ਼ਾ ਕਰਤਾ, ਜਿਹੜਾ ਬਿਆਨ ਸੋਸ਼ਲ ਮੀਡੀਆ ਦੇ ਪੇਜਾਂ 'ਚ ਗੁੰਮ ਗਿਆ ਸੀ, ਜਿਹੜਾ ਬਿਆਨ ਰਿਸਪੌਂਸਿਬਲ ਮੀਡੀਆ ਦੇ ਧਿਆਨ 'ਚ ਹੀ ਨਹੀਂ ਆਇਆ। ਸਾਰੇ ਰਿਸਪੌਂਸਿਬਲ ਮੀਡੀਆ ਨੂੰ ਉਹ ਬਿਆਨ ਨਵਜੋਤ ਸਿੰਘ ਸਿੱਧੂ ਨੇ ਫੇਰ ਸੁਣਾਤਾ। ਇਸ ਕਰਕੇ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਨੀ ਬਣਦੀ ਹੈ ਕਿਉਂਕਿ ਉਹ ਮੁੱਦਿਆਂ ਤੇ ਲੜ ਰਿਹਾ। ਪੱਤਰਕਾਰਾਂ ਨਾਲੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਮੁੱਦੇ ਹੱਥਾਂ ਤੇ ਚੱਕ ਕੇ ਅੱਗੇ ਰੱਖ ਦਿੰਦਾ ਹੈ। ਸੁਖਪਾਲ ਖਹਿਰਾ ਵੀ ਇਹ ਕੰਮ ਕਰਦਾ ਹੈ, ਸੁਖਪਾਲ ਖਹਿਰਾ ਦਾ ਜ਼ਿਕਰ ਵੀ ਹੁੰਦਾ ਹੈ। ਹੁਣ ਨਵਜੋਤ ਸਿੰਘ ਸਿੱਧੂ ਨੇ ਇੱਕ ਬਿਆਨ ਟਵੀਟ ਕੀਤਾ, ਰੰਧਾਵਾ ਜੀ, ਅਰਵਿੰਦ ਕੇਜਰੀਵਾਲ ਕਹਿੰਦੇ 1 ਅਪ੍ਰੈਲ ਤੋਂ ਬਾਅਦ ਪੰਜਾਬੀਆਂ ਨੂੰ, ਕਿਸਾਨਾਂ ਨੂੰ ਆਤਮ ਹੱਤਿਆ ਕਰਨ ਦੀ ਲੋੜ ਨਹੀਂ ਪੈਣੀ, ਸਰਕਾਰਾਂ ਕਰ ਸਕਦੀਆਂ ਨੇ, ਸਰਕਾਰਾਂ ਨੇ ਕੁਝ ਕੀਤਾ ਨਹੀਂ। ਮਨਪ੍ਰੀਤ ਜੀ ਕੀ ਕਹਿਣਾ ਚਾਹੋਗੇ? ਹੁਣ ਤੁਸੀਂ ਦੇਖੋ ਡੱਲਾ ਜੀ, ਮੈਨੂੰ ਲੱਗਦਾ ਇਸ ਬਿਆਨ ਦੇ ਉੱਤੇ ਜਿਹੜਾ ਵੀਡੀਓ ਦੀ ਕਲਿੱਪ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਟਵੀਟ ਕੀਤੀ ਹੈ, ਮੈਨੂੰ ਲੱਗਦਾ ਅਤਿਅੰਤ ਜ਼ਰੂਰੀ ਹੈ। ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ, ਪੰਜਾਬ ਦੇ ਵਿੱਚ ਕਿਸਾਨੀ ਕਰਕੇ ਪੰਜਾਬ ਦੀ ਇਕਨੋਮੀ ਚੱਲਦੀ ਹੈ, ਪੰਜਾਬ ਦੀ ਆਰਥਿਕਤਾ ਚੱਲਦੀ ਹੈ। ਔਰ ਸਾਨੂੰ ਇਹ ਵੀ ਪਤਾ ਕਿ ਪਿਛਲੇ ਦਿਨਾਂ ਦੇ ਦੌਰਾਨ ਜਿਹੜੇ ਪੰਜਾਬ ਦੇ ਕਿਸਾਨ ਸੀ ਜਾਂ ਹੋਰ ਸੂਬਿਆਂ ਦੇ ਕਿਸਾਨ ਵੀ ਸੀ, ਹਰਿਆਣੇ ਦੇ ਹੋਣ, ਰਾਜਸਥਾਨ ਦੇ ਹੋਣ, ਉੱਤਰ ਪ੍ਰਦੇਸ਼ ਦੇ ਹੋਣ, ਇਹ ਸਾਰੇ ਕਿਸਾਨ, ਇੱਥੋਂ ਤੱਕ ਕਿ ਮਹਾਰਾਸ਼ਟਰ ਤੋਂ ਵੀ ਬਹੁਤ ਸਾਰੇ ਕਿਸਾਨ ਆਏ ਸੀ, ਹੋਰ ਸੂਬਿਆਂ ਤੋਂ ਵੀ ਆਏ ਸੀ, ਜਿਹੜੇ 13 ਮਹੀਨੇ ਲਗਾਤਾਰ ਜਿਨ੍ਹਾਂ ਨੇ ਸੰਘਰਸ਼ ਕੀਤਾ। ਇਹਨਾਂ ਚੀਜ਼ਾਂ ਨੂੰ ਅਸੀਂ ਭੁੱਲ ਨਹੀਂ ਸਕਦੇ। ਉਸ ਤੋਂ ਬਾਅਦ ਕੇਂਦਰ ਸਰਕਾਰ ਤੇ ਦਬਾਅ ਪਿਆ ਔਰ ਉਸ ਦਬਾਅ ਦੇ ਬਾਅਦ ਉਹਨਾਂ ਨੇ 3 ਖੇਤੀ ਕਾਨੂੰਨ ਵਾਪਸ ਲਏ। ਇਹਦੀ ਇਹ ਬੈਕਗ੍ਰਾਉਂਡ। ਪਿਛਲੇ ਦਿਨਾਂ ਦੇ ਵਿੱਚ ਆਪਾਂ ਨੂੰ ਇਹ ਵੀ ਪਤਾ ਕਿ ਕਿਸਾਨ ਜਿਹੜੇ ਲਗਾਤਾਰ ਸੰਘਰਸ਼ ਕਰ ਰਹੇ। ਵੈਸੇ ਅੱਜ ਮੈਂ ਤੁਹਾਨੂੰ ਇਹ ਵੀ ਦੱਸਦਾ, ਅੱਜ ਲਖੀਮਪੁਰ ਖੀਰੀ ਦਾ ਜਿਹੜਾ ਕਾਂਡ ਸੀ, ਜਿਹੜਾ 3 ਅਕਤੂਬਰ ਸਨ 2021 ਨੂੰ ਹੋਇਆ ਸੀ, ਉਸ ਦੇ ਵਿੱਚ ਆਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਅੱਜ ਕਈ ਥਾਵਾਂ ਤੇ ਧਰਨੇ ਪ੍ਰਦਰਸ਼ਨ ਸੀ। ਉਹਦੇ ਬਾਰੇ ਆਪਾਂ ਬਾਅਦ ਚ ਗੱਲ ਕਰਾਂਗੇ। ਲੇਕਿਨ ਜਿਹੜੀ ਪਹਿਲਾਂ ਗੱਲ ਆਉਣੀ ਹੈ ਨਵਜੋਤ ਸਿੰਘ ਹੋਣਾ ਦੇ ਟਵੀਟ ਤੇ, ਜਿਹੜਾ ਵੀਡੀਓ ਕਲਿੱਪ ਉਹਨਾਂ ਨੇ ਅਰਵਿੰਦ ਕੇਜਰੀਵਾਲ ਹੋਣਾ ਦੇ ਉਸ ਸਪੀਚ ਦਾ ਹਿੱਸਾ ਉਹਨਾਂ ਨੇ ਕੀਤਾ, ਉਹ ਬਹੁਤ ਅਤਿਅੰਤ ਜ਼ਰੂਰੀ ਹੈ, ਬਹੁਤ ਅਹਿਮ। ਦਰਅਸਲ ਨਵਜੋਤ ਸਿੰਘ ਸਿੱਧੂ ਨੇ ਉਸ ਚ ਕਿਹਾ ਕੀ ਆ, ਕਹਿੰਦਾ ਤੁਸੀਂ, ਕਿਉਂਕਿ ਉਸ ਕਲਿੱਪ ਚ ਅਰਵਿੰਦ ਕੇਜਰੀਵਾਲ ਕਹਿ ਕੀ ਰਹੇ, ਉਹ ਕਹਿੰਦੇ ਅੱਜ ਮੈਂ ਇੱਕ ਤੁਹਾਡੇ ਨਾਲ ਬੜਾ ਵੱਡਾ ਐਲਾਨ ਕਰ ਰਿਹਾ, ਬੜਾ ਵੱਡਾ ਬਿਆਨ ਦੇ ਰਿਹਾ। ਉਹ ਕਿਸਾਨਾਂ ਦੀ ਰੈਲੀ ਸੀ, ਕਿਸਾਨਾਂ ਦੇ ਮੰਚ ਤੋਂ ਪੰਜਾਬ ਤੋਂ ਗੱਲ ਕਰ ਰਹੇ ਆ। ਉਹ ਕਹਿੰਦੇ ਮੈਂ ਬੜਾ ਵੱਡਾ ਬਿਆਨ ਦੇ ਰਿਹਾ, ਫਰਵਰੀ ਦੇ ਵਿੱਚ ਚੋਣਾਂ ਹੋ ਜਾਣੀਆਂ, ਮਾਰਚ ਦੇ ਵਿੱਚ ਕਹਿੰਦੇ ਰਿਜ਼ਲਟ ਆ ਜਾਣੇ ਆ, ਤੇ ਉਸ ਤੋਂ ਬਾਅਦ ਅਸੀਂ ਕਿਸੇ ਵੀ ਕਿਸਾਨ ਨੂੰ 1 ਅਪ੍ਰੈਲ ਤੋਂ, ਉਹਨਾਂ ਨੇ ਇਹ ਡੇਟ ਦਿੱਤੀ ਹੈ ਉਸ ਕਲਿੱਪ ਦੇ ਵਿੱਚ, ਕਹਿੰਦੇ 1 ਅਪ੍ਰੈਲ ਤੋਂ ਬਾਅਦ ਅਸੀਂ ਕਿਸੇ ਵੀ ਕਿਸਾਨ ਨੂੰ ਖੁਦਕੁਸ਼ੀ ਨਹੀਂ ਕਰਨ ਦੇਣੀ, ਕਿਸੇ ਨੂੰ ਵੀ ਆਤਮ ਹੱਤਿਆ ਨਹੀਂ ਕਰਨ ਦੇਣੀ, ਸੁਸਾਈਡ ਨਹੀਂ ਕਰਨ ਦੇਣੀ। ਤੇ ਨਵਜੋਤ ਸਿੰਘ ਸਿੱਧੂ ਉਸੇ ਕਲਿੱਪ ਨੂੰ ਲੈ ਕੇ ਉਹ ਟਵੀਟ ਕਰਦੇ ਆ, ਡੱਲਾ ਜੀ, ਕਹਿੰਦੇ ਤੁਸੀਂ ਇਹ ਗੱਲ ਕਹੀ ਸੀ ਕਿ ਅਸੀਂ ਕਿਸੇ ਵੀ ਕਿਸਾਨ ਨੂੰ 1 ਅਪ੍ਰੈਲ ਤੋਂ ਬਾਅਦ ਆਤਮ ਹੱਤਿਆ ਨਹੀਂ ਕਰਨ ਦੇਵਾਂਗੇ। ਪਿਛਲੇ ਦਿਨਾਂ ਦੇ ਵਿੱਚ 7 ਕਿਸਾਨਾਂ ਨੇ ਪੰਜਾਬ ਦੇ ਵਿੱਚ ਆਤਮ ਹੱਤਿਆ ਕਰ ਲਈ ਆ। 23 ਜ਼ਿਲ੍ਹੇ ਨੇ ਪੰਜਾਬ ਦੇ ਵਿੱਚ। ਕੀ ਤੁਸੀਂ ਇੱਕ ਵੀ ਜ਼ਿਲ੍ਹੇ 'ਚ ਗਏ ਹੋ? ਕਿਤੇ ਜਾ ਕੇ ਤੁਸੀਂ ਆਪਣੀ ਸੰਵੇਦਨਾ ਉਹਨਾਂ ਦੇ ਨਾਲ, ਆਪਣੀਆਂ ਫੀਲਿੰਗਸ, ਆਪਣੀਆਂ ਭਾਵਨਾ, ਜਜ਼ਬਾਤ ਕਦੇ ਸਾਂਝੇ ਕੀਤੇ ਆ? ਜਾਂ ਤੁਸੀਂ ਨਹੀਂ ਵੀ ਪਰਿਵਾਰਾਂ ਦੇ ਕੋਲੇ ਗਏ, ਕਿਸੇ ਪਬਲਿਕ ਮੰਚ ਤੋਂ, ਕਿਸੇ ਜਨਤਕ ਮੰਚ ਤੋਂ ਤੁਸੀਂ ਇਹ ਗੱਲ ਕਹੀ ਆ? ਇਸ ਗੱਲ ਨੂੰ ਉਹਨਾਂ ਨੇ ਯਾਦ ਕਰਵਾਇਆ ਔਰ ਕਿਹਾ ਕਿ ਸਿਰਫ ਇਹਦਾ ਮਤਲਬ ਇਹ ਹੈ ਡੱਲਾ ਜੀ, ਜੇ ਅਸੀਂ ਇਹਦੀ ਇੰਟਰਪ੍ਰੀਟੇਸ਼ਨ ਕਰਨੀ ਹੋਵੇ, ਕਿ ਤੁਸੀਂ ਸਿਰਫ ਝੂਠ ਬੋਲ ਕੇ ਵੋਟਾਂ ਲੈਣੇ,
ਇਹਦਾ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੋਈ ਪ੍ਰਵਕਤਾ ਹੋਣਗੇ ਜਾਂ ਪੰਜਾਬ ਦੇ ਲੀਡਰ ਹੋਣਗੇ, ਹੋ ਸਕਦਾ ਭਗਵੰਤ ਮਾਨ ਇਹਦਾ ਜਵਾਬ ਦੇਣ ਜਾਂ ਅਰਵਿੰਦ ਕੇਜਰੀਵਾਲ ਖੁਦ ਵੀ ਜਵਾਬ ਦੇ ਸਕਦੇ ਆ। ਪਰ ਆਮ ਤੌਰ ਤੇ ਜਦੋਂ ਉਹਨਾਂ ਨੂੰ ਕਾਊਂਟਰ ਕੁਐਸਚਨ ਕੀਤੇ ਜਾਂਦੇ ਉਹ ਬੋਲਦੇ ਨਹੀਂ ਆ। ਪਿਛਲੇ ਦਿਨਾਂ ਦੇ ਵਿੱਚ ਜਦੋਂ ਜਹਾਂਗੀਰਪੁਰੀ ਨੂੰ ਲੈ ਕੇ ਵੀ ਉਹਨਾਂ ਦੀ ਜਿਹੜੀ ਹਿੰਸਾ ਹੋਈ ਸੀ, ਜਿਸ ਤਰ੍ਹਾਂ ਉੱਥੇ ਸੁਪਰੀਮ ਕੋਰਟ ਨੇ ਇੰਟਰਵੀਨ ਕਰਕੇ ਉੱਥੇ ਜਿਹੜੀ ਇਨਕਰੋਚਮੈਂਟ ਡਰਾਈਵ ਹੋ ਰਹੀ ਸੀ ਉਸ ਨੂੰ ਰੁਕਵਾਇਆ, ਉਦੋਂ ਵੀ ਅਰਵਿੰਦ ਕੇਜਰੀਵਾਲ ਜਾਂ ਉਹਨਾਂ ਦੇ ਲੀਡਰ ਬਿਲਕੁਲ ਚੁੱਪ ਰਹੇ। ਇਸ ਤੇ ਆਪਾਂ ਕਿਸੇ ਦਿਨ ਬਾਅਦ ਚ ਗੱਲ ਕਰਾਂਗੇ। ਲੇਕਿਨ ਅਤਿਅੰਤ ਜਿਹੜਾ ਅਹਿਮ ਮੁੱਦਾ ਹੈ ਉਹ ਕਿਸਾਨਾਂ ਦਾ ਮੁੱਦਾ, ਉਹ ਪੰਜਾਬ ਦਾ ਮੁੱਦਾ। ਹਜੇ ਤੱਕ ਅਰਵਿੰਦ ਕੇਜਰੀਵਾਲ ਨੇ ਕੋਈ ਇਹੋ ਜਿਹਾ ਬਿਆਨ ਨਹੀਂ ਦਿੱਤਾ ਕਿ ਕੇਂਦਰ ਸਰਕਾਰ ਦੇਰੀ ਕਿਉਂ ਕਰ ਰਹੀ ਹੈ। ਕਿਉਂ ਦੇਰੀ ਕਰ ਰਹੀ ਹੈ ਕਿ ਉਹ ਜਿਹੜਾ ਦਾਣਾ ਗਰਮੀ ਦੇ ਮੌਸਮ ਕਰਕੇ ਕਣਕ ਦਾ ਦਾਣਾ ਉਹ ਸ਼੍ਰਿਵਲ ਹੋ ਗਿਆ ਸੀ, ਯਾਨੀ ਸੁੰਗੜ ਗਿਆ ਸੀ, ਮੋਇਸਚਰ ਘਟ ਗਿਆ ਸੀ, ਜਿਸ ਦਾ ਮੋਇਸਚਰ ਕੇਵਲ ਕੇਂਦਰ ਸਰਕਾਰ ਨੇ 6% ਤੱਕ ਰੱਖਿਆ ਸੀ ਕਿ ਜੇ 6% ਤੱਕ ਹੋਇਆ ਤਾਂ ਅਸੀਂ ਲਵਾਂਗੇ, ਉਸ ਤੋਂ ਬਾਅਦ ਅਸੀਂ ਖਰੀਦ ਨਹੀਂ ਕਰਾਂਗੇ। ਉਹਨਾਂ ਦੀਆਂ ਟੀਮਾਂ ਆਈਆਂ ਸੀ, ਟੀਮਾਂ ਜਾਇਜ਼ਾ ਲੈ ਕੇ ਚਲੀਆਂ ਗਈਆਂ। ਹਜੇ ਤੱਕ ਸਾਨੂੰ ਨਹੀਂ ਪਤਾ ਲੱਗਾ ਕਿ ਉਹਨਾਂ ਨੇ ਕੋਈ ਰਿਲੈਕਸੇਸ਼ਨ ਦਿੱਤੀ ਹੈ ਜਾਂ ਨਹੀਂ ਦਿੱਤੀ। ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਿਸਾਨ ਜਿਹੜੇ ਆ ਬੜੇ ਪਰੇਸ਼ਾਨ ਆ। ਤੇ ਪਿਛਲੇ ਦਿਨਾਂ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਵੀ ਤੁਹਾਨੂੰ ਪਤਾ ਹੋਣਾ ਡੱਲਾ ਜੀ, ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਦੂਸਰੀ ਗੱਲ, ਕਿਸਾਨਾਂ ਦੀ ਬੜੀ ਦੇਰ ਤੋਂ ਮੰਗ ਚੱਲ ਰਹੀ ਹੈ ਕਿ ਇਸ ਉੱਤੇ ਮੁਆਵਜ਼ਾ ਦਿਓ। ਅੱਜ ਵੀ ਬਹੁਤ ਸਾਰੇ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਨੇ ਕਿ ਝਾੜ ਘਟ ਰਿਹਾ, ਕੋਈ 8% ਦੱਸਦਾ, ਕੋਈ 10% ਦੱਸਦਾ ਮਾਹਰ, ਯਾਨੀ ਕਿ ਇੱਥੋਂ ਤੱਕ ਦੱਸਿਆ ਜਾ ਰਿਹਾ ਕਿ 8 ਤੋਂ ਲੈ ਕੇ 10 ਕੁਇੰਟਲ ਤੱਕ 1 ਪ੍ਰਤੀ ਏਕੜ ਜਿਹੜਾ ਝਾੜ ਉਹ ਘਟਿਆ। ਸੋ ਕਿਸਾਨਾਂ ਨੂੰ ਇਸ ਦਾ ਬੜਾ ਨੁਕਸਾਨ ਹੋਇਆ, ਇਸ ਗੱਲ ਦਾ ਵੀ ਸਾਨੂੰ ਪਤਾ ਲੱਗਿਆ। ਉਹ ਮੁਆਵਜ਼ਾ ਮੰਗ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਇਹ ਵੀ ਗੱਲ ਕਹੀ ਹੈ ਕਿ ਘੱਟੋ ਘੱਟ 500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ। ਪਰ ਹਜੇ ਤੱਕ ਪੰਜਾਬ ਸਰਕਾਰ ਦੀ ਸਾਨੂੰ ਇਸ ਬਾਰੇ ਕੋਈ ਐਲਾਨਬਾਜ਼ੀ ਨਹੀਂ ਪਤਾ। ਜੀ ਡੱਲਾ ਜੀ, ਕਾਰਨ ਇਹਦੇ ਪਿੱਛੇ ਕੀ ਲੱਗਦਾ ਹੈ? ਕੀ ਭਗਵੰਤ ਮਾਨ ਸਮਾਂ ਨਹੀਂ ਕੱਢ ਪਾ ਰਹੇ ਸਰਕਾਰ ਦੇ ਕੰਮ ਚੋਂ? ਕਿਉਂਕਿ ਮੈਂ ਦੇਖ ਰਿਹਾ ਉਹ ਡਿਗਰੀਆਂ ਵੰਡਣ ਵੀ ਜਾ ਰਹੇ ਨੇ, ਉਹ ਕਈ ਸਮਾਗਮਾਂ ਤੇ ਜਾ ਰਹੇ ਨੇ। ਕੀ ਖੇਤੀਬਾੜੀ ਸੈਕਟਰ ਲਈ ਭਗਵੰਤ ਮਾਨ ਸਮਾਂ ਨਹੀਂ ਕੱਢ ਪਾ ਰਹੇ? ਤੇ ਮੈਂ ਅਰਵਿੰਦ ਕੇਜਰੀਵਾਲ ਦੇਖਿਆ ਸੀ, ਉਹ ਵੀ ਬੰਗਲੌਰ, ਕਰਨਾਟਕਾ ਮੇਰੇ ਖਿਆਲ ਗਏ ਸੀ। ਸਾਰੇ ਪਾਸੇ ਜਾ ਰਹੇ ਨੇ ਅਰਵਿੰਦ ਕੇਜਰੀਵਾਲ ਜੀ। ਲੱਗਦਾ ਇਹ ਹੈ ਵੀ ਚੋਣ ਪ੍ਰਚਾਰ ਗੁਜਰਾਤ, ਹਿਮਾਚਲ ਉਹਦੇ ਵਾਲੇ ਪਾਸੇ ਸਰਗਰਮ ਜ਼ਿਆਦਾ ਹੋ ਗਏ ਅਰਵਿੰਦ ਕੇਜਰੀਵਾਲ। ਮੈਨੂੰ ਲੱਗਦਾ ਅਰਵਿੰਦ ਕੇਜਰੀਵਾਲ ਨੂੰ ਪਤਾ ਨਹੀਂ ਹੋਣਾ ਕਿ ਪੰਜਾਬ 'ਚ ਕਿਸਾਨ ਸੁਸਾਈਡ ਕਰ ਰਹੇ ਨੇ, ਜਾਂ ਤਾਂ ਜਿਹੜੀ ਟੀਮ ਹੈ ਅਰਵਿੰਦ ਕੇਜਰੀਵਾਲ ਕੋਲੇ ਜਾਣਕਾਰੀ ਨਹੀਂ ਪਹੁੰਚਾ ਰਹੀ। ਮੈਨੂੰ ਉਹੀ ਸਥਿਤੀ ਲੱਗ ਰਹੀ ਹੈ ਰੰਧਾਵਾ ਜੀ, ਜਿਵੇਂ ਮੋਦੀ ਸਾਹਿਬ ਕੋਲੇ ਗੱਲ ਹੀ ਨਹੀਂ ਸੀ ਪਹੁੰਚੀ ਵੀ ਪੰਜਾਬ ਦੇ ਕਿਸਾਨ ਅੰਦੋਲਨ ਕਰ ਰਹੇ ਨੇ, ਐਡਾ ਵੱਡਾ ਨੁਕਸਾਨ ਹੋ ਗਿਆ ਕਿਸਾਨਾਂ ਦਾ, ਤੇ ਜਦੋਂ ਮੋਦੀ ਸਾਹਿਬ ਨੂੰ ਪਤਾ ਲੱਗਿਆ ਉਹਨਾਂ ਨੇ ਝੱਟ ਮਾਫੀ ਮੰਗ ਲਈ ਤੇ ਕਾਨੂੰਨ ਰੱਦ ਕਰਤੇ। ਕਿਤੇ ਇਹ ਗੱਲ ਤਾਂ ਨਹੀਂ ਵੀ ਅਰਵਿੰਦ ਕੇਜਰੀਵਾਲ ਤੱਕ ਗੱਲ ਹੀ ਨਹੀਂ ਪਹੁੰਚ ਰਹੀ, ਭਗਵੰਤ ਮਾਨ ਤੱਕ ਗੱਲ ਹੀ ਨਹੀਂ ਪਹੁੰਚ ਰਹੀ? ਤੇ ਜੇ ਭਗਵੰਤ ਮਾਨ ਨੂੰ ਪਤਾ ਲੱਗ ਜਾਂਦਾ ਉਹਨਾਂ ਨੇ ਤੁਰੰਤ ਮੀਟਿੰਗ ਕਰ ਲੈਣੀ ਸੀ, ਉਹ ਬੋਨਸ ਵੀ ਐਲਾਨ ਕਰਦੇ। ਅਰਵਿੰਦ ਕੇਜਰੀਵਾਲ ਤਾਂ ਕਹਿ ਰਹੇ ਸੀ 50,000 ਪ੍ਰਤੀ ਹੈਕਟੇਅਰ ਸਾਡੀ ਪਾਲਿਸੀ ਹੈ, ਅਸੀਂ ਖਰਾਬਾ ਦਿੰਦੇ ਹਾਂ ਅਗਰ ਫਸਲ ਦਾ ਨੁਕਸਾਨ ਹੋ ਜੇ। ਜਾਂ ਅਸੀਂ ਕਿਤੇ ਇਲਜ਼ਾਮ ਲਾ ਰਹੇ ਹਾਂ, ਜਾਂ ਨਵਜੋਤ ਸਿੰਘ ਸਿੱਧੂ ਕਿਤੇ ਅਰਵਿੰਦ ਕੇਜਰੀਵਾਲ ਤੇ ਏਡੇ ਵੱਡੇ ਵੱਡੇ ਇਲਜ਼ਾਮ ਲਾਈ ਜਾਂਦੇ ਨੇ। ਹੋ ਸਕਦਾ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਪਤਾ ਹੀ ਨਾ ਹੋਵੇ ਵੀ ਆਹ ਕੁਝ ਵਾਪਰ ਗਿਆ ਜ਼ਮੀਨ ਤੇ, ਆਪਾਂ ਐਵੇਂ ਦੋਸ਼ ਦੇਈ ਜਾਂਦੇ ਹਾਂ। ਡੱਲਾ ਜੀ, ਅਸੀਂ ਕਿਹੜੀ ਦੁਨੀਆ 'ਚ ਰਹਿੰਦੇ ਹਾਂ? ਕਮਿਊਨੀਕੇਸ਼ਨ ਦਾ ਜ਼ਮਾਨਾ ਅੱਜ। ਇੱਕ ਮਿੰਟ ਦੀ ਖਬਰ ਆ ਜਿਹੜੀ ਉਹ ਤੁਸੀਂ ਇੱਥੇ ਤਾਂ ਫਿਰ ਵੀ ਉਹਨਾਂ ਦੇ ਰਾਘਵ ਚੱਡਾ ਬੈਠੇ ਆ, ਭਗਵੰਤ ਮਾਨ ਬੈਠੇ ਆ, ਤਮਾਮ ਉਹਨਾਂ ਦੀ ਪਾਰਟੀ ਦੇ ਆਗੂ ਜਿਹੜੇ ਫਰੰਟ ਤੇ ਵੀ ਆ ਤੇ ਕਈ ਬੈਕਡੋਰ ਤੋਂ ਵੀ ਜਿਹੜੇ ਆ ਉਹ ਗੱਲ ਕਰ ਰਹੇ ਆ। ਸੋ ਅਸੀਂ ਉਹਨਾਂ ਜ਼ਮਾਨਿਆਂ 'ਚ ਰਹਿੰਦੇ ਆ। ਇਹ ਗੱਲਾਂ ਤਾਂ ਮੈਨੂੰ ਲੱਗਦਾ ਕਿ ਵਾਕਿਆ ਹੀ, ਮੈਨੂੰ ਨਹੀਂ ਲੱਗਦਾ ਕਿ ਅਰਵਿੰਦ ਕੇਜਰੀਵਾਲ ਨੂੰ ਇਹ ਬਿਲਕੁਲ ਨਹੀਂ ਹੋ ਸਕਦਾ ਕਿ ਉਹਨਾਂ ਨੂੰ ਪਲ ਪਲ ਦੀ ਪੰਜਾਬ ਦੀ ਖਬਰ ਨਾ ਹੋ। ਇੱਕ ਗੱਲ ਦੀ ਉਹਨਾਂ ਨੂੰ ਖਬਰ ਹੁੰਦੀ ਹੈ। ਵੈਸੇ ਮੈਂ ਤੁਹਾਨੂੰ ਦੱਸਦਾ ਕਿ ਨਰਿੰਦਰ ਮੋਦੀ ਉਹਨਾਂ ਨੂੰ ਵੀ ਸਾਰਾ ਕੁਝ ਪਤਾ ਸੀ। ਉਹਨਾਂ ਦੇ ਜਿਹੜੇ ਲੀਡਰ ਸੀ ਬਲਕਿ ਉਸ ਟਾਈਮ ਕਿਸਾਨਾਂ ਦੇ ਖਿਲਾਫ ਗਲਤ ਬਿਆਨਬਾਜ਼ੀਆਂ ਕਰ ਰਹੇ ਸੀ। ਨਰਿੰਦਰ ਮੋਦੀ ਨੇ ਪਾਰਲੀਮੈਂਟ ਦੇ ਵਿੱਚ ਕਿਸਾਨਾਂ ਨੂੰ ਅੰਦੋਲਨ ਜੀਵੀ ਵੀ ਕਿਹਾ ਸੀ। ਇਹ ਗੱਲਾਂ ਆਪਾਂ ਨਾ ਭੁੱਲ ਗਏ, ਸਾਰਾ ਕੁਝ ਉਹਨਾਂ ਨੂੰ ਪਤਾ ਸੀ। ਆਰਡੀਨੈਂਸ ਵੀ ਉਹੀ ਲੈ ਕੇ ਆਏ ਸੀ। ਬਾਅਦ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਵੀ ਉਹਨਾਂ ਨੇ ਸਾਰਾ ਕੁਝ ਪਾਸ ਕਰਵਾਇਆ ਤੇ ਖੇਤੀ ਕਾਨੂੰਨ ਉਹਨਾਂ ਨੇ, ਪਰ ਉਹਨਾਂ ਦੀ ਜਿੱਦ ਸੀ ਕਿ ਇਹ ਤਾਂ ਕਿਸਾਨਾਂ ਲਈ ਬਹੁਤ ਵਧੀਆ। ਬੜੀ ਵਾਰੀ ਉਹਨਾਂ ਨੇ ਭਾਸ਼ਣ ਦਿੱਤੇ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ 750 ਕਿਸਾਨ 13 ਮਹੀਨਿਆਂ ਦੇ ਵਿੱਚ ਉਹ ਉੱਥੇ ਮਾਰਿਆ ਗਿਆ, ਜਿਨ੍ਹਾਂ ਦੀ ਮੌਤ ਹੋ ਗਈ, ਜਿਨ੍ਹਾਂ ਨੂੰ ਕਿਸਾਨ ਲਗਾਤਾਰ ਕੋਸ਼ਿਸ਼ ਕਰ ਰਿਹਾ ਕਿ ਉਹ ਸ਼ਹੀਦ ਹੋਇਆ। ਸੋ ਇਹ ਕਹਿ ਦੇਣਾ ਕਿ ਪ੍ਰਧਾਨ ਮੰਤਰੀ ਨੂੰ ਨਹੀਂ ਪਤਾ ਜਾਂ ਮੁੱਖ ਮੰਤਰੀ ਨੂੰ ਨਹੀਂ ਪਤਾ, ਮੈਨੂੰ ਲੱਗਦਾ ਕਿ ਇਹਨਾਂ ਨੂੰ ਸਾਰਾ ਕੁਝ ਪਤਾ। ਔਰ ਕੈਪਟਨ ਅਮਰਿੰਦਰ ਹੋ ਗਿਆ, ਸੁਖਬੀਰ ਬਾਦਲ ਹੋ ਗਿਆ, ਇਹ ਕਿਸਾਨਾਂ ਦੇ ਹੱਕ 'ਚ ਧਰਨੇ ਧੁਰਨੇ ਇਹਨਾਂ ਦੇ ਦਿਖੇ ਨਹੀਂ। ਮੋਦੀ ਸਾਹਿਬ ਤੋਂ ਹੁਣ ਤਾਂ ਮੰਗ ਹੋਣੀ ਆ ਵੀ ਮੋਦੀ ਸਾਹਿਬ
ਤੁਸੀਂ ਵੀ ਮੁਆਵਜ਼ਾ ਦਿਓ, ਸੂਬੇ ਦੀ ਸਰਕਾਰ ਨੇ ਵੀ ਦੇਣੀ ਹੈ। ਜਾਂ ਗਰਮੀਆਂ ਕਰਕੇ ਛੁੱਟੀਆਂ ਛੱਟੀਆਂ ਤੇ ਚਲੇ ਗਏ ਸਾਡੇ ਲੀਡਰ। ਸੁਖਪਾਲ ਖਹਿਰਾ ਘੁੰਮ ਰਿਹਾ, ਦੇਖੋ ਸੁਖਪਾਲ ਖਹਿਰਾ ਵੀ ਜਾਂਦਾ ਪੰਜਾਬ 'ਚ ਹਰ ਥਾਂ, ਪ੍ਰਤਾਪ ਬਾਜਵਾ ਵੀ ਨਿਕਲ ਰਹੇ ਨੇ, ਅਕਾਲੀਆਂ ਦੇ ਦੂਸਰੇ ਲੀਡਰ ਨਿਕਲ ਰਹੇ ਨੇ, ਵੱਡੇ ਲੀਡਰ ਕਿੱਧਰ ਚਲੇ ਗਏ? ਕੈਪਟਨ ਅਮਰਿੰਦਰ ਕਿੱਥੇ ਚਲਿਆ ਗਿਆ? ਦੇਖੋ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਵੈਸੇ ਕੋਈ? ਕੈਪਟਨ ਅਮਰਿੰਦਰ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ, ਜਾਂ ਜੇ ਉਹ ਹਾਰ ਗਏ ਤੇ ਬਸ ਉਹ ਨਹੀਂ ਜ਼ਿੰਮੇਵਾਰੀ, ਉਹ ਜ਼ਿੰਮੇਵਾਰੀ ਮੁਕਤ ਨੇ ਪੰਜਾਬ ਤੋਂ? ਵੈਸੇ ਮੈਂ ਹਰਪਾਲ ਚੀਮਾ ਦਾ ਬਿਆਨ ਸੁਣਿਆ ਸੀ। ਹਰਪਾਲ ਚੀਮਾ ਕਹਿੰਦੇ ਅਸੀਂ ਖੇਤੀਬਾੜੀ ਨੂੰ ਲੈ ਕੇ ਨੀਤੀ ਬਣਾਵਾਂਗੇ। ਡੱਲਾ ਜੀ, ਜਿਹੜਾ ਤੁਹਾਡਾ ਸਵਾਲ ਆ, ਦੇਖੋ ਜੇ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ, ਜੇ ਆਪਣੀਆਂ ਜ਼ਿੰਮੇਵਾਰੀਆਂ ਸਮਝਦੇ, ਤੇ ਫਿਰ ਇਹ ਕਿਸਾਨਾਂ ਦੇ ਨਾਲ ਖੜਦੇ ਜਾਂ ਹੋਰ ਮੁੱਦਿਆਂ ਤੇ ਵੀ ਖੜਦੇ। ਸ਼੍ਰੋਮਣੀ ਅਕਾਲੀ ਦਲ ਦੀ ਤੁਸੀਂ ਸੁਖਬੀਰ ਸਿੰਘ ਬਾਦਲ ਦੀ ਗੱਲ ਕਰ ਰਹੇ ਹੋ। ਸੁਖਬੀਰ ਸਿੰਘ ਬਾਦਲ ਹੁਣੇ ਤਾਂ ਉਹੀ ਖੇਤੀ ਕਾਨੂੰਨਾਂ ਦੀ ਪ੍ਰੋੜਤਾ ਕਰ ਰਹੇ ਸੀ। ਉਹ ਤਾਂ ਆਰਡੀਨੈਂਸ ਨੂੰ ਵੀ ਕਹਿੰਦੇ ਸੀ ਬਹੁਤ ਠੀਕ ਲੈ ਕੇ ਆਂਦਾ। ਪ੍ਰਕਾਸ਼ ਸਿੰਘ ਬਾਦਲ ਹੁਣ, ਹਰਸਿਮਰਤ ਕੌਰ ਬਾਦਲ ਹੁਣ, ਸੁਖਬੀਰ ਸਿੰਘ ਬਾਦਲ, ਉਹ ਤਾਂ ਕਹਿ ਰਹੇ ਸੀ ਇਹ ਵਧੀਆ ਹੀ ਬਹੁਤ ਆ। ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਸ ਮੁੱਦੇ ਤੇ ਉਹਨਾਂ ਦੀ ਜਿਹੜੀ ਪੋਲੀਟੀਕਲ ਜ਼ਮੀਨ ਆ, ਸਿਆਸੀ ਜ਼ਮੀਨ, ਉਹ ਕਿਤੇ ਖੁੱਸ ਰਹੀ ਹੈ, ਉਸ ਤੋਂ ਬਾਅਦ ਉਹਨਾਂ ਨੇ ਕ੍ਰਿਟਿਸਾਈਜ਼ ਕਰਨਾ ਸ਼ੁਰੂ ਕੀਤਾ। ਬਾਅਦ ਦੇ ਵਿੱਚ ਉਹਨਾਂ ਨੂੰ ਹਰਸਿਮਰਤ ਕੌਰ ਬਾਦਲ ਨੂੰ ਕੈਬਨਿਟ ਵੀ ਛੱਡਣੀ ਪਈ ਕੇਂਦਰ ਦੀ, ਆਪਣਾ ਮੰਤਰਾਲਾ ਛੱਡਣਾ ਪਿਆ। ਉਸ ਤੋਂ ਬਾਅਦ ਇਹਨਾਂ ਨੂੰ ਗੱਠਜੋੜ ਵੀ ਛੱਡਣਾ ਪਿਆ। ਜਿੱਥੋਂ ਤੱਕ ਤੁਸੀਂ ਇਹ ਗੱਲ ਕਰਦੇ ਹੋ ਕਿ ਇਹਨਾਂ ਨੂੰ ਕਿਹੜਾ ਪਤਾ ਨਹੀਂ ਹੈ, ਕਿ ਕੇਂਦਰ ਸਰਕਾਰ ਨੂੰ ਨਹੀਂ ਸੀ ਪਤਾ। 11 ਮੀਟਿੰਗਾਂ ਉਹ ਕਰ ਚੁੱਕੇ ਸੀ। ਨਰਿੰਦਰ ਸਿੰਘ ਤੋਮਰ ਜਿਹੜੇ ਖੇਤੀਬਾੜੀ ਮੰਤਰੀ ਆ, ਉਦੋਂ ਪਿਊਸ਼ ਗੋਇਲ ਵੀ ਆਉਂਦੇ ਹੁੰਦੇ ਸੀ, ਰੇਲਵੇ ਮੰਤਰੀ ਸੀ। ਸੋਮ ਪ੍ਰਕਾਸ਼ ਇੱਥੋਂ ਜਾਂਦੇ ਹੁੰਦੇ ਸੀ। ਕਿ ਇਹਨਾਂ ਨੂੰ ਨਹੀਂ ਸੀ ਪਤਾ? ਸਾਰਿਆਂ ਨੂੰ ਸਭ ਕੁਝ ਪਤਾ ਹੁੰਦਾ। ਅੱਗੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰਦੇ ਹੋ, ਇਹਨਾਂ ਨੂੰ ਵੀ ਸਾਰਾ ਕੁਝ ਪਤਾ। ਹੁਣ ਤੁਸੀਂ ਕੇਂਦਰ ਦੀ ਜੇ ਗੱਲ ਕੀਤੀ ਤੇ ਇਹ ਵੀ ਸੁਣ ਲਓ, ਜਦੋਂ ਇਹ ਖੇਤੀ ਕਾਨੂੰਨ ਜਿਸ ਦਿਨ ਵਾਪਸ ਲੈ ਗਏ ਸੀ ਤੇ ਕੇਂਦਰ ਨੇ ਕਿਹਾ ਸੀ ਜਿਹੜੀਆਂ ਤੁਹਾਡੀਆਂ ਬਾਕੀ ਮੰਗਾਂ ਉਹ ਅਸੀਂ ਜਲਦੀ ਪੂਰਾ ਕਰਾਂਗੇ। ਬਾਕੀ ਮੰਗਾਂ ਕਿਹੜੀਆਂ? ਕਿਸਾਨਾਂ ਨੂੰ ਐਮਐਸਪੀ ਦਾ ਲੀਗਲ ਗਾਰੰਟੀ ਦੇਣੀ, ਉਹਦੀ ਹਜੇ ਤੱਕ ਕਮੇਟੀ ਨਹੀਂ ਬਣੀ। ਦੂਸਰੀ ਮੰਗ ਸੀ ਉਹਨਾਂ ਦੀ ਕਿ ਜਿਹੜੇ ਉਹਨਾਂ ਤੇ ਕੇਸ ਦਰਜ ਕੀਤੇ ਗਏ ਨੇ ਝੂਠੇ, ਜਿਹੜੇ ਉਹ ਕਹਿ ਰਹੇ ਆ, ਉਹ ਵਾਪਸ ਲਵਾਂਗੇ। ਉਹ ਨਹੀਂ ਕੁਝ ਹੋਇਆ। ਆਸ਼ੀਸ਼ ਮਿਸ਼ਰਾ ਟੈਣੀ ਦੀ ਤਾਂ ਗ੍ਰਿਫਤਾਰੀ ਆ ਕੇ ਸੁਪਰੀਮ ਕੋਰਟ ਨੇ ਹੁਣ ਕਿਹਾ ਕਿ 1 ਹਫ਼ਤੇ ਦੇ ਅੰਦਰ ਅੰਦਰ ਗ੍ਰਿਫਤਾਰ ਕਰੋ। ਅਜੇ ਮਿਸ਼ਰਾ ਟੈਣੀ ਜਿਹੜੇ ਗ੍ਰਹਿ ਰਾਜ ਮੰਤਰੀ ਆ, ਉਹਨਾਂ ਦੇ ਵਿਰੁੱਧ ਲਗਾਤਾਰ ਕਿਸਾਨ ਇਹ ਕਹਿ ਰਹੇ ਸੀ ਕਿ ਇਹ ਕਿਉਂਕਿ ਇਹਨਾਂ ਦੀ ਸ਼ਮੂਲੀਅਤ ਵੀ ਹੈ ਕਥਿਤ ਤੌਰ ਤੇ, ਇਹਨਾਂ ਨੂੰ ਆਪਣੇ ਮੰਤਰਾਲਿਆਂ ਚੋਂ ਬਾਹਰ ਕੱਢੋ। ਪਰ ਕੀ ਇਸ ਤਰ੍ਹਾਂ ਹੋਇਆ? ਇਹ ਤਾਂ ਜੇ ਸੁਪਰੀਮ ਕੋਰਟ ਨਾ ਹੁੰਦਾ, ਉਹਨਾਂ ਦੀ ਮੋਨੀਟਰ ਕਮੇਟੀ ਨਾ ਹੁੰਦੀ, ਜਾਂ ਉਹਨਾਂ ਨੇ ਮੋਨੀਟਰਿੰਗ ਨਾ ਕੀਤੀ ਹੁੰਦੀ, ਤਾਂ ਹੋ ਸਕਦਾ ਸੀ ਬਹੁਤ ਸਾਰੇ ਲੋਕ ਇਸ ਤਰ੍ਹਾਂ ਹੀ ਬਚ ਜਾਂਦੇ। ਇਸੇ ਤਰ੍ਹਾਂ ਤੁਸੀਂ ਅਰਵਿੰਦ ਕੇਜਰੀਵਾਲ ਦੀ ਗੱਲ ਕਰੋ, ਚਾਹੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੋ, ਜਦੋਂ ਇਹ ਆਪਣੇ ਮੁੱਦਿਆਂ ਤੋਂ ਭੱਜਣਗੇ ਡੱਲਾ ਜੀ, ਜਾਂ ਉਹਨਾਂ ਮੁੱਦਿਆਂ ਤੇ ਨਹੀਂ ਖੜਨਗੇ, ਤੇ ਫਿਰ ਜਨਤਾ ਜਿਹੜੀ ਆ ਉਹ ਇਹਨਾਂ ਦੀ ਆਲੋਚਨਾ ਕਰੇਗੀ। ਮੈਂ ਤੁਹਾਨੂੰ ਜਹਾਂਗੀਰਪੁਰੀ ਦੀ ਗੱਲ ਕੀਤੀ ਸੀ। ਉੱਥੇ ਦਿੱਲੀ ਦੇ ਵਿੱਚ ਜਿੱਥੇ ਤੀਸਰੀ ਵਾਰੀ ਅਰਵਿੰਦ ਕੇਜਰੀਵਾਲ ਨੇ ਸਰਕਾਰ ਬਣਾਈ ਹੈ, ਜਿੱਥੇ ਬੁਲਡੋਜ਼ਰ ਚੱਲ ਰਹੇ ਸੀ, ਉੱਥੇ ਜਾ ਕੇ ਬੁਲਡੋਜ਼ਰ ਦੇ ਅੱਗੇ ਕੌਣ ਖੜਾ ਹੁੰਦਾ? ਬਰਿੰਦਾ ਕਾਰਤ। CPIM ਦੇ ਜਿਹੜੇ ਇੱਕ ਸਾਬਕਾ MP ਨੇ, 75 ਸਾਲਾਂ ਦੇ ਨੇ ਉਹ। ਨਾ ਉਹਨਾਂ ਦੀ ਉੱਥੇ ਪਾਰਟੀ ਆ, ਨਾ ਉਹਨਾਂ ਦਾ ਕੋਈ MLA ਆ, ਨਾ ਕੋਈ MP ਆ, ਨਾ ਉਹਨਾਂ ਦਾ ਕੋਈ ਵਰਕਰ ਆ। ਉਹ ਇਕੱਲੇ ਜਾ ਕੇ ਸੁਪਰੀਮ ਕੋਰਟ ਦਾ ਆਰਡਰ ਲੈ ਕੇ ਉਹ ਬੁਲਡੋਜ਼ਰਸ ਨੂੰ ਰੋਕਦੇ ਆ। ਤੇ ਜੇ ਸੰਜੇ ਸਿੰਘ ਨੂੰ ਪੁੱਛਿਆ ਜਾਂਦਾ, ਤੁਸੀਂ ਜ਼ਿੰਮੇਵਾਰੀ ਦੀ ਗੱਲ ਕਰਦੇ, ਜ਼ਿੰਮੇਵਾਰੀ ਤੋਂ ਇਸ ਤਰ੍ਹਾਂ ਲੋਕ ਭੱਜਦੇ ਆ। ਸੰਜੇ ਸਿੰਘ ਜਿਹੜੇ ਰਾਜ ਸਭਾ ਦੇ ਮੈਂਬਰ ਆ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ, ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਵੀ ਉਸ ਤਰ੍ਹਾਂ ਹੀ ਕਰ ਰਹੇ ਹੋ, ਕਿਤੇ ਤੁਸੀਂ ਇਸ ਜਾਣਬੁੱਝ ਕੇ ਤਾਂ ਨਹੀਂ ਕਰ ਰਹੇ, ਕਿ ਤੁਹਾਨੂੰ ਲੱਗਦਾ ਹੈ ਜੇ ਮਾਈਨੋਰਿਟੀ ਕਮਿਊਨਿਟੀ ਦੇ ਨਾਲ ਖੜ ਜਾਾਂਗੇ ਤੇ ਤੁਹਾਡੀ ਜਿਹੜੀ ਮੈਜੋਰਿਟੀ ਹੈ, ਜਿਵੇਂ ਸ਼ਾਇਦ ਉਹ ਕਿਤੇ ਤੁਹਾਡੇ ਤੋਂ ਫੁੱਸ ਜੇ? ਉਹ ਕਹਿੰਦੇ ਨਹੀਂ ਜੀ। ਉਹਨਾਂ ਨੇ ਆਪਣੀ ਐਕਸਪਲੇਨੇਸ਼ਨ ਦੇਣ ਦੀ ਬਜਾਏ ਸਾਰਾ ਕੁਝ ਬੀਜੇਪੀ ਤੇ ਸਿੱਟਤਾ। ਜਦੋਂ ਸਾਰੀ ਇਸ ਤਰ੍ਹਾਂ ਦੀ ਰਾਜਨੀਤੀ ਹੋਏਗੀ ਤੇ ਫਿਰ ਕਿਸ ਦੀ ਜ਼ਿੰਮੇਵਾਰੀ ਅਸੀਂ ਤੈਅ ਕਰਾਂਗੇ? ਤੇ ਜ਼ਿੰਮੇਵਾਰੀ ਲੋਕ ਸਮਝਦੇ ਨੇ, ਕਿਸਾਨ ਵੀ ਸਮਝਦੇ ਨੇ, ਲੋਕ ਵੀ ਸਮਝਦੇ ਨੇ। ਇਸੇ ਕਰਕੇ ਉਹ ਇਹਨਾਂ ਲੋਕਾਂ ਨੂੰ ਸਮਾਂ ਆਉਣ ਤੇ ਹੀ ਡੱਲਾ ਜੀ ਸਬਕ ਸਿਖਾਉਂਦੇ ਆ ਜੀ। ਬਿਲਕੁਲ ਠੀਕ ਹੈ ਜੀ। ਸੋ ਗੱਲਾਂ ਬਹੁਤ ਵਾਜਬ ਮਨਪ੍ਰੀਤ ਰੰਧਾਵਾ ਜੀ, ਪਰ ਮੇਰਾ ਹੁਣ ਇੱਕ ਸਵਾਲ ਹੈ। ਹੁਣ ਕਣਕ ਦੀ ਲਿਫਟਿੰਗ ਪੰਜਾਬ 'ਚ ਨਹੀਂ ਹੋ ਰਹੀ। ਜਦੋਂ ਕਣਕ ਚੱਕੀ ਜਾਣੀ ਸ਼ੁਰੂ ਹੋਈ ਸੀ, ਭਗਵੰਤ ਮਾਨ ਸਾਹਿਬ ਕਹਿੰਦੇ ਸੀ ਵੀ ਕਿਸਾਨ ਚਿੰਤਾ ਨਾ ਕਰਨ, ਇੱਕ ਇੱਕ ਦਾਣਾ ਚੱਕਾਂਗੇ। ਹੁਣ ਲਿਫਟਿੰਗ ਨਹੀਂ ਹੋ ਰਹੀ। ਬਹੁਤ ਵੱਡੀ ਪਰਸੈਂਟੇਜ ਮੰਡੀਆਂ 'ਚ ਪਈ ਹੈ, ਲਿਫਟਿੰਗ ਨਹੀਂ ਹੋ ਰਹੀ। ਤੇ ਹੁਣ ਸਾਡੀ ਸੂਬੇ ਦੀ ਸਰਕਾਰ ਵੀ ਕਹਿ ਰਹੀ ਹੈ ਵੀ ਇਹ ਯੂਕਰੇਨ ਤੇ ਰੂਸ ਦੇ ਯੁੱਧ ਦਾ ਅਸਰ ਹੈ। ਦੁਨੀਆ 'ਚ ਤਾਂ ਕਣਕ ਦੀ ਕਮੀ ਹੈ ਜੀ। ਯੂਕਰੇਨ ਤੇ ਰੂਸ ਦੇ ਯੁੱਧ ਦਾ ਅਸਰ ਤਾਂ ਇਹ ਹੈ ਵੀ ਕਣਕ ਦਾ ਮੁੱਲ ਵੱਧ ਗਿਆ, ਤੇ ਸਾਡੇ ਲਿਫਟਿੰਗ ਨਹੀਂ ਹੋ ਰਹੀ ਰੂਸ ਤੇ ਯੂਕਰੇਨ ਦੇ ਯੁੱਧ ਕਰਕੇ। ਮੈਨੂੰ ਸਮਝ ਨਹੀਂ ਆਇਆ ਕਿ ਟਾਂਕਾ ਜਾਂ ਕਿਵੇਂ ਭਿੜੂਗਾ ਜੀ। ਡੱਲਾ ਜੀ, ਦਰਅਸਲ ਗੱਲ ਇਹ ਆ ਕਿ ਚਾਹੇ ਕੇਂਦਰ ਸਰਕਾਰ ਆ, ਚਾਹੇ ਪੰਜਾਬ ਦੀ ਸਰਕਾਰ ਆ, ਜਾਂ ਕੁਝ ਆਗੂ ਆ, ਉਹ ਕੁਝ ਵੀ ਕਹਿ ਦਿੰਦੇ ਆ। ਦਰਅਸਲ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਿਹੜੀ ਲਿਫਟਿੰਗ ਆ, ਜਿਹੜੀ ਮਾਰਕੀਟਿੰਗ ਆ, ਜਾਂ ਜਿਹੜੀ ਲਿਫਟਿੰਗ ਖਾਸ ਤੌਰ ਤੇ ਜਿਹੜੀਆਂ ਪੰਜਾਬ ਦੀਆਂ ਖਰੀਦ ਏਜੰਸੀਆਂ ਨੇ, ਪਨਗ੍ਰੇਨ, ਉਹਨਾਂ ਦੀ ਲਿਫਟਿੰਗ ਬਹੁਤ ਢਿੱਲੀ ਚੱਲ ਰਹੀ ਆ।
ਇਸੇ ਤਰ੍ਹਾਂ ਮਾਰਕਫੈਡ ਦੀ ਜਿਹੜੀ ਲਿਫਟਿੰਗ ਆ ਉਹ ਬਹੁਤ ਢਿੱਲੀ ਚੱਲ ਰਹੀ ਹੈ। ਤੁਹਾਨੂੰ ਯਾਦ ਹੋਣਾ ਜਦੋਂ ਲਿਫਟਿੰਗ ਸ਼ੁਰੂਆਤ ਦੇ ਵਿੱਚ ਜਦੋਂ ਕਣਕ ਦੀ ਆਮਦ ਹੋਈ ਸੀ ਮੰਡੀਆਂ ਦੇ ਵਿੱਚ, ਇਹ ਜਿਹੜੀਆਂ ਪੰਜਾਬ ਦੀਆਂ ਖਰੀਦ ਏਜੰਸੀਆਂ ਨੇ, ਵੇਅਰ ਹਾਊਸ ਕਾਰਪੋਰੇਸ਼ਨ, ਇਹ ਸਾਰੀਆਂ ਵਿੱਚ ਮਿਲਾ ਕੇ ਇਹ ਤਾਂ ਸਟ੍ਰਾਈਕ ਤੇ ਚਲੀਆਂ ਗਈਆਂ ਸੀ। ਇਹਨਾਂ ਦੇ ਮੁਲਾਜ਼ਮਾਂ ਨੇ ਹੜਤਾਲ ਕਰਤੀ ਸੀ। ਇਹਨਾਂ ਨੂੰ ਪਤਾ ਲੱਗਾ ਕਿ ਕੇਂਦਰ ਨੇ ਖਰੀਦਣੀ ਨਹੀਂ ਆ, ਕਿਉਂਕਿ ਉਹਨਾਂ ਦੇ ਮਾਪਦੰਡ ਨੇ ਉਹ ਬੜੇ ਸਖਤ ਨੇ, ਤੇ ਇਸ ਚਲੇ ਗਏ ਕਿ ਸਾਡੇ ਤੋਂ ਕਣਕ ਖਰੀਦੀ ਹੋਈ ਕਿਤੇ ਕੱਲ ਨੂੰ ਸਾਡੇ ਤੇ ਗਾਜ ਨਾ ਡਿੱਗ ਪਏ। ਇਹ ਤਾਂ ਉਸ ਤਰ੍ਹਾਂ। ਤੇ ਹੁਣ ਜਦੋਂ ਲਿਫਟਿੰਗ ਨਹੀਂ ਹੋ ਰਹੀ ਕਿਉਂਕਿ ਕੇਂਦਰ ਨੇ ਹਜੇ ਤੱਕ ਮਾਪਦੰਡ ਤੈਅ ਨਹੀਂ ਕੀਤੇ, ਇਸੇ ਕਰਕੇ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਗੌਤਮ ਅਡਾਨੀ ਦੇ ਜਿਹੜੇ ਸਾਈਲੋ ਸੀ ਮੋਗੇ ਦੇ ਵਿੱਚ, ਟਰਾਲੀਆਂ ਦੇ ਲਾਈਨਾਂ ਲੱਗ ਗਈਆਂ ਸੀ। ਹਾਲਾਂਕਿ ਉਹ ਵੀ ਸਾਰਾ ਕੁਝ, ਉੱਥੋਂ ਵੀ ਬਹੁਤ ਸਾਰੀਆਂ ਟਰਾਲੀਆਂ ਮੁੜ ਕੇ ਆਉਂਦੀਆਂ ਸੀ। ਸੋ ਕਹਿਣ ਦਾ ਮਤਲਬ ਹੈ ਕਿਸਾਨ ਇਸ ਟਾਈਮ ਪੂਰੇ ਕਨਫਿਊਜ਼ਨ ਚ ਆ, ਉਹਨੂੰ ਪਤਾ ਨਹੀਂ ਲੱਗ ਰਿਹਾ। ਮੰਡੀਆਂ ਦੇ ਵਿੱਚ ਕਣਕ ਵਿਕ ਨਹੀਂ ਰਹੀ, ਮੰਡੀਆਂ ਤੋਂ ਜਿਹੜੀ ਲਿਫਟ ਨਹੀਂ ਹੋ ਰਹੀ, ਤੇ ਦੂਸਰੇ ਪਾਸੇ ਜਿਹੜਾ ਸੈਂਟਰ ਆ ਉਹ ਹਜੇ ਤੱਕ ਉਹਨਾਂ ਦੀਆਂ ਟੀਮਾਂ ਨੇ, FCI ਨੇ ਆਪਣੇ ਮਾਪਦੰਡ ਕਲੀਅਰ ਨਹੀਂ ਕੀਤੇ। ਔਰ ਤੀਸਰੇ ਪਾਸੇ ਇਹਨਾਂ ਦਿਨਾਂ ਦੇ ਵਿੱਚ ਮੌਸਮ ਦੀ ਵੀ ਪੇਸ਼ਨਗੋਈ ਹੋਈ ਹੈ ਕਿ ਕਿਸੇ ਵਕਤ ਵੀ ਜਿਹੜਾ ਮੌਸਮ ਆ ਉਹ ਬਦਲ ਵੀ ਸਕਦਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਮੈਨੂੰ ਲੱਗਦਾ ਦੋਨਾਂ ਸਰਕਾਰਾਂ ਨੂੰ ਆਪਸ 'ਚ ਕੋਆਰਡੀਨੇਸ਼ਨ ਕਰਕੇ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਨਾ ਚਾਹੀਦਾ ਜੀ। ਬਿਲਕੁਲ ਠੀਕ ਹੈ। ਤੇ ਹੁਣ ਗੱਲ ਜੁਗਾੜੂ ਰੇਹੜੀਆਂ ਦੀ ਕਰ ਲਈਏ। ਮੂਹਰੋਂ ਦੇਖੋ ਤੇ ਅੱਧਾ ਮੋਟਰਸਾਈਕਲ ਵੀ ਲੱਗਿਆ ਹੋਇਆ ਬਹੁਤਾ, ਪਰ ਜਿਹੜਾ ਜੁਗਾੜੂ ਸ਼ਬਦ ਹੈ ਨਾ ਉਹ ਪੋਜ਼ਿਟਿਵ ਸ਼ਬਦ ਹੈ। ਰੰਧਾਵਾ ਜੀ, ਮੈਂ ਉਹਨੂੰ ਇੱਕ ਪੋਜ਼ਿਟਿਵ ਸ਼ਬਦ ਮੰਨਦਾ। ਸਾਡੀ ਦੇਸੀ ਇੰਜੀਨੀਅਰਿੰਗ ਹੈ ਅਸਲ ਦੇ ਵਿੱਚ। ਸਨਅਤੀ ਸ਼ਹਿਰ ਲੁਧਿਆਣਾ ਦੁਨੀਆ ਭਰ ਦੇ ਵਿੱਚ ਛਾ ਗਿਆ, ਕਿਉਂਕਿ ਸ਼ੁਰੂਆਤ ਦੇ ਵਿੱਚ ਜਦੋਂ ਟੈਕਸਟਾਈਲ ਤੇ ਹੌਜ਼ਰੀ ਇੰਡਸਟਰੀ ਨੇ ਆਪਣਾ ਨਾਮ ਬਣਾਇਆ ਨਾ, ਉਹਦੇ ਪਿੱਛੇ ਮਸ਼ੀਨਾਂ ਜੁਗਾੜੂ ਜ਼ਿਆਦਾ ਸੀ। ਪਰ ਹੌਜ਼ਰੀ 'ਚ ਕੁਝ ਲੋਕ ਇਹੋ ਜਿਹੇ ਮਸ਼ਹੂਰ ਸੀ ਰੰਧਾਵਾ ਜੀ, ਕਿਹਾ ਜਾਂਦਾ ਸੀ ਕਿ ਉਹਨਾਂ ਨੂੰ ਚਾਈਨਾ ਦੇ ਲੋਕ ਆਪਣੀਆਂ ਫੈਕਟਰੀਆਂ 'ਚ ਨਹੀਂ ਵੜਨ ਦਿੰਦੇ, ਕਿਉਂਕਿ ਉਹ ਇੰਨੇ ਜੁਗਾੜੂ ਸੀ। ਉਹ ਜਿਹੜੀ ਮਸ਼ੀਨ ਨੂੰ ਉੱਥੇ ਜਾ ਕੇ ਅੱਖ ਨਾਲ ਦੇਖ ਆਉਂਦੇ ਸੀ, ਉਹ ਉਰੇ ਆ ਕੇ ਉਸੇ ਤਰ੍ਹਾਂ ਦੀ ਮਸ਼ੀਨ ਬਣਾ ਦਿੰਦੇ ਸੀ। ਹੌਜ਼ਰੀ ਇੰਡਸਟਰੀ 'ਚ ਅੱਜ ਵੀ ਕਈ ਲੋਕ ਇਸ ਨਾਂ ਤੋਂ ਮਸ਼ਹੂਰ ਨੇ ਕਿ ਚਾਈਨਾ ਦੀਆਂ ਫੈਕਟਰੀਆਂ ਵਾਲੇ ਉਹਨਾਂ ਨੂੰ ਆਪਣੀ ਰਿਸੈਪਸ਼ਨ ਤੋਂ ਅੱਗੇ ਨਹੀਂ ਸੀ ਜਾਣ ਦਿੰਦੇ, ਵੀ ਇਹਨਾਂ ਨੂੰ ਮਸ਼ੀਨ ਨਹੀਂ ਦਿਖਾਉਣੀ, ਕਿਉਂਕਿ ਉਹ ਮਸ਼ੀਨਾਂ ਵੇਚਦੇ ਸੀ ਚਾਈਨਾ ਵਾਲੇ। ਤੇ ਉਹਨਾਂ ਨੂੰ ਸੀਗਾ ਵੀ ਇਹ ਦੇਸੀ ਇੰਜੀਨੀਅਰ ਲੁਧਿਆਣੇ ਵਾਲੇ ਮਸ਼ੀਨਾਂ ਸਾਡੀਆਂ ਦੇਖ ਜਾਂਦੇ ਨੇ ਤੇ ਉਸੇ ਤਰ੍ਹਾਂ ਦੀਆਂ ਜੁਗਾੜੂ ਮਸ਼ੀਨਾਂ ਬਣਾ ਦਿੰਦੇ ਨੇ। ਸੋ ਜੁਗਾੜੂ ਹੋਣਾ ਦੇਸੀ ਭਾਸ਼ਾ 'ਚ ਬਿਨਾਂ ਡਿਗਰੀ ਵਾਲਾ ਇੰਜੀਨੀਅਰ ਹੈ। ਇਹ ਬਿਨਾਂ ਡਿਗਰੀ ਵਾਲੇ ਇੰਜੀਨੀਅਰਾਂ ਦੀ ਕਮਾਲ ਹੈ ਕਿ ਉਹਨਾਂ ਨੇ ਇਸ ਤਰੀਕੇ ਦੀਆਂ ਰੇਹੜੀਆਂ ਬਣਾਈਆਂ। ਪਰ ਮੈਨੂੰ ਇਹ ਲੱਗਦਾ ਕਿ ਸਰਕਾਰ ਕਿਤੇ ਨਾ ਕਿਤੇ ਬਹੁਤਾ ਜ਼ਿਆਦਾ ਚੰਗੇ ਤਰੀਕੇ ਨਾਲ ਇਹਨਾਂ ਲੋਕਾਂ ਨਾਲ ਨਿਬੜ ਨਹੀਂ ਸਕੀ। 50,000 ਜਾਂ ਇਸ ਤੋਂ ਜ਼ਿਆਦਾ ਇਹਨਾਂ ਦੀ ਗਿਣਤੀ ਹੋ ਸਕਦੀ ਹੈ ਅੰਦਾਜ਼ੇ ਮੁਤਾਬਕ। 40-40, 45-45 ਹਜ਼ਾਰ ਰੁਪਇਆ ਇਹਦੇ ਤੇ ਖਰਚਾ ਆਉਂਦਾ। ਕਿਸੇ ਨੇ ਲੋਨ ਲਿਆ, ਕਿਸੇ ਨੇ ਵਿਆਜ ਤੋਂ ਪੈਸੇ ਲਏ ਨੇ, ਕਿਸੇ ਨੇ ਆਪਣੇ ਬਜ਼ੁਰਗਾਂ ਦੀਆਂ ਦੇ ਗਹਿਣੇ ਵੇਚਤੇ, ਤੇ ਇੱਕ ਚੱਲਦਾ ਫਿਰਦਾ ਸ਼ੋਰੂਮ ਵੀ ਹੈ ਇਹ ਰੇਹੜੀਆਂ, ਚਲਦੀ ਫਿਰਦੀ ਦੁਕਾਨ ਵੀ ਹੈ ਔਰ ਚਲਦੀ ਫਿਰਦੀ ਫੈਕਟਰੀ ਵੀ ਹੈ, ਕਿਉਂਕਿ ਇਹ ਸੈਲਫ ਇੰਟਰਪ੍ਰੀਨਿਅਰਸ਼ਿਪ ਦਾ ਮਾਡਲ ਹੈ। ਸਕਿੱਲ ਡਿਵੈਲਪਮੈਂਟ ਦੇ ਪ੍ਰੋਗਰਾਮ 'ਚ ਇਹਨਾਂ ਨੂੰ ਸ਼ਾਮਿਲ ਕਰ ਲੈਣਾ ਚਾਹੀਦਾ। ਮੈਂ ਤਾਂ ਕਹਿੰਦਾ ਸਰਕਾਰ ਨੂੰ ਵਿਧਾਨ ਸਭਾ ਦੇ ਵਿੱਚ ਮੋਟਰ ਵਹੀਕਲ ਐਕਟ ਦੇ ਵਿੱਚ ਅਮੈਂਡਮੈਂਟ ਕਰ ਲੈਣੀ ਚਾਹੀਦੀ ਹੈ। ਵਿਧਾਨ ਸਭਾ ਸਿਰਫ ਚੰਡੀਗੜ੍ਹ ਪੰਜਾਬ ਨੂੰ ਦੇ ਦਿਓ, ਇਹ ਮਤੇ ਪਾਸ ਕਰਨ ਲਈ ਨਹੀਂ ਬਣੀ। ਵਿਧਾਨ ਸਭਾ ਇਸ ਤਰੀਕੇ ਦੀਆਂ ਸਮੱਸਿਆਵਾਂ ਤੇ ਨਜਿੱਠਣ ਲਈ ਕਾਨੂੰਨ ਬਣਾਉਣ ਲਈ ਬਣੀ ਹੋਈ ਹੈ। ਐਡੀ ਵੱਡੀ ਗਿਣਤੀ 'ਚ ਲੋਕਾਂ ਨੇ ਪੈਸੇ ਲਾ ਕੇ ਆਪਣੇ ਆਪ ਰੁਜ਼ਗਾਰ ਦਾ ਸਾਧਨ ਪੈਦਾ ਕੀਤਾ। ਹੁਣ ਇਹ ਹੁਕਮ ਹੋ ਗਿਆ ਤੁਰੰਤ ਬੰਦ ਕਰ ਦਿਓ, ਚਲਾਨ ਹੋਣਗੇ, ਪਰਚੇ ਹੋਣਗੇ, ਤੇ ਬੇਰੁਜ਼ਗਾਰ ਹੋ ਗਏ ਲੋਕ ਤਾਂ ਸੋਚ ਰਹੇ ਸੀ ਰੰਧਾਵਾ ਜੀ ਵੀ ਨੌਕਰੀ ਮਿਲੂਗੀ, ਸਰਕਾਰ ਆਊਗੀ। ਔਰ ਮੈਂ ਕਈ ਰੇਹੜੀਆਂ ਤੇ ਦੇਖਿਆ ਉਹਨਾਂ ਨੇ ਆਪ ਦੇ ਝੰਡੇ ਲਾ ਕੇ ਪ੍ਰਚਾਰ ਕੀਤਾ। ਕਈ ਰੇਹੜੀਆਂ ਤੇ ਲਿਖਿਆ ਹੋਇਆ ਸੀ ਇੱਕ ਮੌਕਾ ਆਪ ਨੂੰ, ਫੇਰ ਦੇਖੋ ਪੰਜਾਬ ਨੂੰ। ਰੇਹੜੀਆਂ ਤੇ ਲਿਖਿਆ ਹੋਇਆ ਸੀ, ਲਿਖਾ ਰੱਖਿਆ ਸੀ, ਕਿਉਂਕਿ ਸਾਰੇ ਲੋਕ ਜਜ਼ਬਾਤੀ ਮਿਹਨਤੀ ਸੀ। ਤੇ ਹੁਣ ਉਹਨਾਂ ਦੇ ਦਿਲ ਟੁੱਟ ਗਏ ਕਈਆਂ ਦੇ। ਉਹ ਹੁਣ MLA ਕੋਲੇ ਜਾਂਦੇ ਨੇ, ਆਮ ਆਦਮੀ ਪਾਰਟੀ ਦੇ MLA ਗੱਲ ਸੁਣ ਕੇ ਕਹਿੰਦੇ ਜੀ ਅਸੀਂ ਉੱਪਰ ਗੱਲ ਕਰਾਂਗੇ। ਹੁਣ ਉੱਪਰ ਕਿਹਦੇ ਨਾਲ ਗੱਲ ਕਰਾਂਗੇ ਤੁਸੀਂ ਮੈਨੂੰ ਇਹ ਦੱਸੋ, ਉੱਪਰਲਿਆਂ ਕੋਲੇ ਹੱਲ ਕੀ ਹੈ ਆਪਣੇ ਮਨਪ੍ਰੀਤ ਜੀ? ਦੇਖੋ ਡੱਲਾ ਜੀ, ਪਹਿਲਾਂ ਤਾਂ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਕਿ ਇਹ ਜਿਹੜਾ ਜੁਗਾੜ ਆ ਸਾਡਾ ਆਪਣੇ ਇੱਕ ਲੋਕਾਂ ਦੀ ਜੀਨੀਅਸ ਮੈਂ ਕਹੂੰਗਾ, ਉਹ ਨੇ ਆਪਣੇ ਆਪ ਉਹਨਾਂ ਨੇ ਕਿਸ ਤਰ੍ਹਾਂ ਮੋਟਰਸਾਈਕਲ ਦੇ ਪਿੱਛੇ ਰੇਹੜੀਆਂ ਲਾ ਕੇ, ਜਦੋਂ ਤੁਸੀਂ ਰਿਕਸ਼ਾ ਪੁੱਲ ਕਰਦੇ ਹੋ ਜਾਂ ਰੇਹੜੀਆਂ ਖਿੱਚਦੇ ਹੋ ਤੇ ਤੁਹਾਡਾ ਇੱਕ ਆਮ ਵਿਅਕਤੀ ਆ ਉਹਦੀ ਕਿੰਨੀ એનર્ਜੀ ਵੇਸਟ ਹੁੰਦੀ ਹੈ, ਕਿੰਨਾ ਜ਼ੋਰ ਲੱਗਦਾ ਇੱਕ ਦਿਨ ਦੀ ਦਿਹਾੜੀ ਕਮਾਉਣ ਦੇ ਵਿੱਚ, ਇਹ ਆਪਾਂ ਭਲੀ ਭਾਂਤੀ ਸਮਝ ਸਕਦੇ। ਪਰ ਖਾਸ ਤੌਰ ਤੇ ਉਹ ਜਦੋਂ ਮੌਸਮ
ਸਾਡਾ ਕੋਈ ਖੁਸ਼ਗਵਾਰ ਨਹੀਂ ਹੈ। ਇਸ ਟਾਈਮ ਗਰਮੀ ਪੈ ਰਹੀ ਆ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੂਨ ਜੁਲਾਈ ਦੇ ਵਿੱਚ ਗਰਮੀ ਹੋਰ ਵੀ ਤੇਜ਼ ਹੋਣੀ ਆ, ਲੂਆਂ ਚੱਲਣੀਆਂ, ਇੱਥੇ ਹੀਟ ਵੇਵ ਚੱਲਣੀ ਆ, ਜਿਸ ਕਰਕੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਤੱਕ ਜਾ ਸਕਦੀਆਂ। ਇਹਨਾਂ ਲੋਕਾਂ ਨੇ, ਜਿਸ ਤਰ੍ਹਾਂ ਤੁਸੀਂ ਗੱਲ ਕਹੀ ਆ, ਕੁਝ ਜੁਗਾੜ ਲਗਾ ਕੇ ਉਹਦੇ ਨਾਲ ਮੋਟਰਸਾਈਕਲ ਦੇ ਨਾਲ ਤੇ ਆਪਣੀ ਉਸ ਜਿਹੜੀ ਰੋਜ਼ਮर्रा ਦੀ ਉਹ ਦਿਹਾੜੀ ਕਰਦੇ ਨੇ, ਉਸ ਜ਼ਿੰਦਗੀ ਨੂੰ ਥੋੜਾ ਸੌਖਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਪਿੱਛੇ ਤੁਸੀਂ ਇਹ ਵੀ ਗੱਲ ਠੀਕ ਕਹੀ ਹੈ, 40-45 ਹਜ਼ਾਰ ਤੋਂ ਲੈ ਕੇ 65 ਹਜ਼ਾਰ ਤੱਕ ਦਾ ਉਸ ਤੇ ਖਰਚਾ ਆਉਂਦਾ ਜਿਹੜਾ ਉਹਨਾਂ ਨੇ ਕੀਤਾ। ਕੀ ਕਰਦੇ ਆ ਉਹ? ਕੋਈ ਛੋਟੀਆਂ-ਮੋਟੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਢੋਂਦੇ ਆ, ਕਦੇ ਕਣਕ ਢੋਤੀ ਜਾਂ ਜਿੰਨੀ ਕਿ ਵੀ ਉਸ 'ਚ ਆ ਸਕਦੀ ਹੈ, ਜਿੰਨੀ ਉਹਦੀ ਕੈਪੈਸਿਟੀ ਹੈ ਇੱਕ ਮੋਟਰਸਾਈਕਲ ਦੀ, ਕਿੰਨੀ ਕੁ ਹੁੰਦੀ ਹੈ ਪੁੱਲ ਕਰਨ ਦੀ, ਉਹ ਤੁਸੀਂ ਦੇਖ ਸਕਦੇ ਹੋ। ਇਹ ਜਿਹੜਾ ਫਰਮਾਨ ਆਉਣਾ, ਮੈਨੂੰ ਲੱਗਦਾ ਬਿਲਕੁਲ ਜਿਹੜਾ ਹੈ ਉਹ ਜਾਇਜ਼ ਨਹੀਂ ਹੈ। ਪਹਿਲਾਂ ਤਾਂ ਸਾਨੂੰ ਇਹ ਦੱਸਿਆ ਜਾਵੇ, ਕਿਉਂਕਿ ਉਹਨਾਂ ਨੇ ਇਹਦੀ ਪਲੀ ਕੀ ਲਿੱਤੀ ਹੈ। ਸਰਕਾਰ ਨੇ ਜਿਹੜਾ ਫਰਮਾਨ ਕੱਢਿਆ, ਜਿਹੜੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਨੇ ਫਰਮਾਨ ਕੱਢਿਆ ਸਾਰੇ ਐਸਐਸਪੀ ਨੂੰ ਕਿ ਇਹਨਾਂ ਦੇ ਪਹਿਲਾਂ ਤਾਂ ਚਲਾਨ ਕਰੋ, ਜੇ ਨਹੀਂ ਰੁਕਦੇ ਤੇ ਇਹਨਾਂ ਦੀਆਂ ਜਿਹੜੀਆਂ ਸਾਰੀਆਂ ਇਹ ਗੱਡੀਆਂ ਇਹ ਇੰਪਾਊਂਡ ਕਰ ਲਓ। ਦੇਖੋ, ਪੰਜਾਬ ਦੇ ਵਿੱਚ ਲਗਭਗ 3.25 ਲੱਖ ਦੇ ਕਰੀਬ ਇਹ ਸਮਝੇ ਜਾਂਦੇ ਆ, ਵੱਖਰੇ ਵੱਖਰੇ ਸ਼ਹਿਰਾਂ ਦੇ। 3.25 ਲੱਖ? ਅੱਛਾ, ਜੀ ਮੈਂ ਜੀ 50,000 ਸੋਚ ਰਿਹਾ ਸੀ। 3.25 ਲੱਖ ਦਾ ਬਹੁਤ ਵੱਡਾ ਫਿਗਰ ਹੈ ਜੀ। ਹਾਂ, ਅੱਜ ਕੁਝ ਮੈਂ ਉਹਨਾਂ ਦੇ ਜੇ ਆਪਾਂ 3 ਲੱਖ ਵੀ ਮੰਨ ਲਈਏ ਰੰਧਾਵਾ ਜੀ, 3 ਲੱਖ ਦੇ ਨਾਲ ਇੱਕ ਗੱਡੀ ਦੇ ਨਾਲ 4-4 5-5 ਜੀ ਜੁੜੇ ਨੇ, ਸੋ 15-20 ਲੱਖ ਰੁਜ਼ਗਾਰ ਲੋਕਾਂ ਦਾ ਜੁੜਿਆ। ਤਾਂ ਫਿਰ ਜੀ, ਉਹਨਾਂ ਲੋਕਾਂ ਦਾ ਰੁਜ਼ਗਾਰ ਜੁੜਿਆ, ਔਰ ਕਈ ਤਾਂ ਸਿਰਫ ਡੱਲਾ ਜੀ ਕੱਲੇ ਵਿਅਕਤੀ ਆ ਜਿਨ੍ਹਾਂ ਦੇ 7-7 8-8 ਫੈਮਿਲੀ ਦੇ ਮੈਂਬਰ ਆ, ਉਹ ਕੱਲੇ ਪਾਲ ਰਹੇ ਆ। ਦੇਖੋ, ਮੋਟਰ ਵਹੀਕਲ ਐਕਟ ਮੈਂ ਥੋੜਾ ਜਿਹਾ ਦੱਸਦਾ, 1988 ਦਾ, ਉਹਦਾ ਇੱਕ ਸੈਕਸ਼ਨ 52 ਉਹ ਕਹਿੰਦਾ ਤੁਸੀਂ ਮੋਡੀਫਿਕੇਸ਼ਨ ਕਰਦੇ ਹੋ। ਦੇਖੋ, ਮੋਡੀਫਿਕੇਸ਼ਨ ਕਰਦੇ ਹੋ ਤਾਂ ਕਹਿੰਦੇ ਇਹ ਵਾਇਲੇਸ਼ਨ ਆਫ ਕਾਨੂੰਨ ਆ, ਵਾਇਲੇਸ਼ਨ ਆਫ ਲਾਅ, ਨੋ ਡਾਊਟ, ਇਹ ਬਿਲਕੁਲ ਗੱਲ ਠੀਕ ਆ। ਅੱਛਾ, ਇਹਨਾਂ ਦੀ ਪਲੀ ਕੀ ਆ ਕਿ ਇਹ ਜਿਹੜੀਆਂ ਵਾਇਲੇਸ਼ਨਸ ਕਰਦੇ ਆ, ਜਾਂ ਜਿਸ ਤਰ੍ਹਾਂ ਇਹਨਾਂ ਨੇ ਇਹ ਮੋਡੀਫਿਕੇਸ਼ਨਸ ਕੀਤੀਆਂ, ਇਹਦੇ ਨਾਲ ਕਹਿੰਦੇ ਐਕਸੀਡੈਂਟਸ ਬਹੁਤ ਹੁੰਦੇ ਆ। ਟਰੱਕਾਂ ਦੇ ਵਿੱਚ ਤੁਸੀਂ ਦੇਖੋ ਕਿੰਨੀਆਂ ਜਿਹੜੀਆਂ ਮੋਡੀਫਿਕੇਸ਼ਨਸ ਹੁੰਦੀਆਂ ਨੇ, ਓਵਰਲੋਡਡ ਹੁੰਦੇ ਆ, ਉਹਨਾਂ ਦੇ ਐਕਸੀਡੈਂਟ ਹੁੰਦੇ ਆ। ਕੀ ਇਸ ਤਰ੍ਹਾਂ ਦੀ ਕੈਂਪੇਨ ਉਹਨਾਂ ਦੇ ਖਿਲਾਫ ਚੱਲੀ ਆ? ਮੋਟਰਸਾਈਕਲ ਜਿਹੜੇ ਆਮ ਲੋਕੀ ਚਲਾਉਂਦੇ ਆ, ਉਹਨਾਂ ਦੇ ਐਲੋਏ ਟਾਇਰਸ ਹੋਣ ਜਾਂ ਹੋਰ ਤਰ੍ਹਾਂ ਦੀਆਂ ਮੋਡੀਫਿਕੇਸ਼ਨਸ ਹੋਣ, ਈਵਨ ਕਿ ਜਿਹੜਾ ਹਾਰਨ ਆ ਉਹ ਜਿਹੜਾ ਓਰੀਜਨਲ ਕੰਪਨੀ ਤੋਂ ਆਉਂਦਾ, ਜੇ ਤੁਸੀਂ ਉਹਨੂੰ ਵੀ ਚੇਂਜ ਕਰਾ ਕੇ ਕਿਸੇ ਹੋਰ ਤਰ੍ਹਾਂ ਦਾ ਕੋਈ ਹਾਰਨ ਲਗਾਉਂਦੇ ਹੋ, ਉਹ ਵੀ ਦੈਟ ਆਲਸੋ ਕਮਸ ਅੰਡਰ ਮੋਡੀਫਿਕੇਸ਼ਨ, ਉਹ ਵੀ ਮੋਡੀਫਿਕੇਸ਼ਨ ਦਾ ਹੀ ਹਿੱਸਾ, ਉਹਦਾ ਵੀ ਇੱਕ ਤਰ੍ਹਾਂ ਤੁਸੀਂ ਵਾਇਲੇਸ਼ਨ ਆ। ਪਰ ਜਿਹੜਾ ਇਹਨਾਂ ਨੇ ਫੈਸਲਾ, ਕਿਉਂਕਿ ਅੱਛਾ ਫਿਰ ਤੁਸੀਂ ਇਹਨਾਂ ਨੂੰ ਕੋਈ ਸਮਾਂ ਦਿੱਤਾ? ਕੋਈ ਸਮਾਂ ਨਹੀਂ ਦਿੱਤਾ। ਤੁਸੀਂ ਗੈਰ ਰਸਮੀ ਗੱਲ ਦੇ ਵਿੱਚ ਕਹਿ ਰਹੇ ਸੀ ਡੱਲਾ ਜੀ ਕਿ ਕਿਸ ਤਰ੍ਹਾਂ ਹੁਣ ਜਿਹੜੇ ਟਰਾਂਸਪੋਰਟਰਸ ਨੂੰ, ਜਿਹੜੇ ਬਹੁਤ ਵੱਡੇ ਧਨਾਢ ਟਰਾਂਸਪੋਰਟਰਸ ਆ, ਉਹਨਾਂ ਨੂੰ ਟੈਕਸ ਭਰਨ ਦੀ ਛੂਟ ਦੇ ਦਿੱਤੀ ਹੈ ਸਰਕਾਰ ਨੇ। 3 ਮਹੀਨੇ ਦਾ ਸਮਾਂ ਦੇ ਦਿੱਤਾ ਕਿ ਤੁਸੀਂ ਜੇ ਟੈਕਸ ਤੁਹਾਡਾ ਬਕਾਇਆ ਤੇ ਤੁਹਾਨੂੰ 3 ਮਹੀਨੇ ਦਿੱਤੇ ਜਾਂਦੇ, ਤੁਸੀਂ ਆਪਣਾ ਟੈਕਸ ਭਰ ਦਿਓ। ਕਿ ਇਹਨਾਂ ਗਰੀਬ ਲੋਕਾਂ ਨੂੰ ਟੈਕਸ ਭਰਨ ਦੀ, ਜਾਂ ਆਪਣੀ, ਚਲੋ ਟੈਕਸ ਤਾਂ ਇਹਨਾਂ ਨਹੀਂ ਭਰਨਾ, ਜਾਂ ਆਪਣੀ ਕਿਸੇ ਤਰ੍ਹਾਂ ਦਾ ਕੋਈ ਹੋਰ ਆਲਟਰਨੇਟਿਵ ਜਾਂ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਕਰਨ ਦੇ ਕੋਈ ਟਾਈਮ ਦਿੱਤਾ ਇਹਨਾਂ ਨੂੰ? ਜਾਂ ਇਹਨਾਂ ਨੂੰ ਦੱਸਿਆ ਕਿ ਤੁਸੀਂ ਇਹ ਮੋਡੀਫਿਕੇਸ਼ਨ ਨਾ ਕਰੋ, ਤੁਸੀਂ ਆਪਣਾ ਕੋਈ ਆਲਟਰਨੇਟਿਵ ਪ੍ਰਬੰਧ ਕਰ ਲਓ? ਕੋਈ ਪ੍ਰਬੰਧ ਨਹੀਂ, ਸਿੱਧਾ ਇੱਕੋ ਦਮ ਅੱਜ ਸਵੇਰੇ ਖਬਰ ਆਉਂਦੀ ਹੈ ਕਿ ਇਹਨਾਂ ਦੀ ਫੜੋ ਫੜਾਈ ਸ਼ੁਰੂ ਕਰ ਦਿਓ। ਅੱਛਾ, ਦੂਸਰੀ ਮੈਂ ਗੱਲ ਪੁਲਿਸ ਤੋਂ ਪੁੱਛਣਾ ਚਾਹੁੰਦਾ ਕਿ ਕਿਰਪਾ ਕਰਕੇ ਸਾਨੂੰ ਕੋਈ ਅੰਕੜੇ ਦਿਓ ਕਿ ਕਿੰਨੇ ਕਿ ਇਹਨਾਂ ਜਿਹੜੇ ਜੁਗਾੜ ਵਾਲੇ ਮੋਟਰਸਾਈਕਲਸ ਆ, ਉਹਨਾਂ ਦੇ ਐਕਸੀਡੈਂਟਸ ਕਿੰਨੇ ਹੁੰਦੇ ਨੇ, ਕਿੰਨੇ ਇਹਨਾਂ ਐਕਸੀਡੈਂਟਸ ਨਾਲ ਲੋਕਾਂ ਦੀਆਂ ਜਾਨਾਂ ਜਾਂਦੀਆਂ ਨੇ, ਥੋੜਾ ਇਹ ਵੀ ਦੱਸੋ। ਤੇ ਉਹਦਾ ਕੰਪੈਰੀਜ਼ਨ ਟਰੱਕਸ ਨਾਲ ਵੀ ਕਰੋ, ਕਾਰਾਂ ਦੇ ਨਾਲ ਵੀ ਕਰੋ, ਬਾਕੀ ਵਹੀਕਲਸ ਨਾਲ ਵੀ ਕਰੋ। ਸਰਕਾਰ ਕਹਿੰਦੀ ਹੈ ਕਿ ਅਸੀਂ ਕਰਜ਼ੇ ਦੇਵਾਂਗੇ, ਸੈਲਫ ਐਂਟਰਪ੍ਰੇਨਿਓਰਸ਼ਿਪ, ਸਕਿੱਲ ਡਿਵੈਲਪਮੈਂਟ ਪ੍ਰੋਗਰਾਮਾਂ 'ਚ ਇਹਨਾਂ ਲੋਕਾਂ ਨੂੰ 50-50 ਹਜ਼ਾਰ ਦਾ ਕਰਜ਼ਾ ਹੀ ਦੇ ਦਿਓ। ਸਕਿੱਲ ਡਿਵੈਲਪਮੈਂਟ ਪ੍ਰੋਗਰਾਮਾਂ 'ਚ ਇਹਨਾਂ ਦੇ ਇਹ ਰੇੜੇ ਤੁਸੀਂ ਕੋਲੇ ਰਖਾ ਲਓ ਤੇ ਇਹਨਾਂ ਨੂੰ ਛੋਟੇ ਹਾਥੀ ਦੇ ਦਿਓ ਭਾਈ, ਕਿਸ਼ਤ ਵੀ ਦੇ ਲੈਣਗੇ। ਇਹਨਾਂ ਲੋਕਾਂ ਕੋਲੇ, ਸਾਰੇ ਸਾਡੇ ਗਰੀਬ ਲੋਕਾਂ ਕੋਲੇ ਕਈ ਵਾਰੀ ਜਿਹੜੀ ਇਨੀਸ਼ੀਅਲ ਅਮਾਉਂਟ ਹੈ ਨਾ ਜੀ, ਜਿਹੜਾ ਸ਼ੁਰੂ 'ਚ ਦੇਣਾ ਹੁੰਦਾ 20-25 ਹਜ਼ਾਰ ਕੋਈ ਗੱਡੀ ਫਾਈਨਾਂਸ ਕਰਾਉਣ ਵਾਲਾ, ਉਹ ਨਹੀਂ ਹੁੰਦਾ। ਉਹਦੇ ਲਈ ਫਿਰ ਕੋਈ ਗਹਿਣੇ ਵੇਚਦਾ, ਕੋਈ ਦੁਕਾਨ ਵੇਚਦਾ, ਕੋਈ ਪੁਰਾਣਾ ਸਾਧਨ ਆਪਣਾ, ਕੋਈ ਜ਼ਮੀਨ ਜਾਇਦਾਦ ਦਾ ਟੁਕੜਾ, ਕੋਈ ਕਮਰਾ ਵੇਚਦਾ। ਇਹ ਚੀਜ਼ਾਂ ਕਰਨੀਆਂ ਪੈਂਦੀਆਂ। ਰੀਹੈਬਿਲਿਟੇਸ਼ਨ ਪਾਲਿਸੀ ਬਣਨੀ ਜ਼ਰੂਰੀ ਸੀ, ਸਮਾਂ ਦਿੰਦੇ ਘੱਟੋ ਘੱਟ 1 ਸਾਲ ਦਾ। ਔਰ ਇਹਦੇ ਨਾਲ ਨਾਲ ਇੱਕ ਨਵੀਂ ਚੀਜ਼, ਕਿਉਂਕਿ ਇਹਨਾਂ ਤੇ ਪਾਬੰਦੀ ਇਹ ਲਾਈ ਜਾ ਸਕਦੀ ਸੀ ਕਿ ਤੁਸੀਂ ਤੁਰੰਤ ਪ੍ਰਭਾਵ ਤੋਂ ਮੁੱਖ ਜਿਹੜੇ ਸਾਡੇ ਮਾਰਗ ਨੇ, ਹਾਈਵੇ ਦੇ ਉੱਤੇ ਨਹੀਂ ਜਾਣਾ, ਕਿਉਂਕਿ ਇਹ ਲੋਕਾਂ ਨੇ ਸਾਰਾ ਕੰਮ ਹਾਈਵੇ ਤੇ ਨਹੀਂ ਕਰਨਾ ਹੁੰਦਾ। ਮੈਂ ਦੇਖਦਾ ਕਈ ਪਿੰਡਾਂ 'ਚ ਸਕੂਲ ਦੀਆਂ ਕਾਪੀਆਂ ਵੇਚਣ ਆਉਂਦੇ ਨੇ ਇਹਨਾਂ ਰੇੜੀਆਂ ਤੇ, ਸਕੂਲ ਦੀਆਂ ਕਾਪੀਆਂ, ਪੈਨਸਲਾਂ, ਬੱਚਿਆਂ ਦੀਆਂ ਵਰਦੀਆਂ, ਸਾਡੇ ਮਾਤਾਵਾਂ ਭੈਣਾਂ ਦੇ ਸੂਟ ਵੇਚਦੇ ਨੇ, ਸਰਦੀਆਂ 'ਚ ਕੰਬਲ, ਖੇਸ ਕੰਬਲ। ਫਿਰ ਸਾਡੇ ਰੱਦੀ ਲੈਣ ਆਉਂਦੇ ਨੇ ਇਹੋ ਜਿਹੇ ਰੇੜੀਆਂ ਤੇ। ਕਈ ਵਾਰੀ ਦੁੱਧ ਦੀ ਸਪਲਾਈ ਹੁੰਦੀ ਹੈ, ਬ੍ਰੈਡ ਦੀ ਸਪਲਾਈ ਹੁੰਦੀ ਹੈ, ਖਾਣ ਪੀਣ ਦੀਆਂ ਚੀਜ਼ਾਂ, ਸਬਜ਼ੀਆਂ ਵੀ ਲਿਆਉਂਦੇ ਨੇ ਕਈ ਵਾਰੀ, ਜੇ ਐਵਰੇਜ ਚੰਗੀ ਹੋਵੇ ਸ਼ਹਿਰ 'ਚ ਕਿਸੇ ਮੋਟਰਸਾਈਕਲ ਦੀ।
ਸੋ ਇਹ ਵੀ ਦੇਖੋ ਇਹ ਸਰਕਾਰ ਨੇ ਨੀਤੀਗਤ ਫੈਸਲੇ ਕਰਨੇ। ਹੁਣ ਕਹਿੰਦੇ ਅਸੀਂ ਸਕ੍ਰੈਪ ਪਾਲਿਸੀ ਬਣਾ ਰਹੇ ਹਾਂ ਵੀ 15 ਸਾਲ ਬਾਅਦ ਤੁਸੀਂ ਕਾਰ ਸਕ੍ਰੈਪ 'ਚ ਦੇ ਦੇਣੀ। ਹਾਂਜੀ, ਕੀ ਸਰਕਾਰ ਨੇ ਕੰਪਨੀਆਂ ਨਾਲ ਗੱਲਬਾਤ ਕੀਤੀ ਭਾਈ? ਕਿਉਂਕਿ ਇਹਨਾਂ ਦੇ ਮੋਟਰਸਾਈਕਲ ਅੱਧੇ ਨੇ, ਜਦੋਂ ਇਹ ਨਵਾਂ ਮੋਟਰਸਾਈਕਲ ਲੈਂਦੇ ਨੇ, ਮੂਰਲਾ ਇੰਜਣ, ਮੂਰਲਾ ਟਾਇਰ ਤੇ ਉਹ ਅੱਧਾ ਕੁ ਮੋਟਰਸਾਈਕਲ ਦਾ ਰਹਿ ਜਾਂਦਾ, ਬਾਕੀ ਦੇ ਦਿੰਦੇ ਹੋਣੇ ਕਿਸੇ ਨੂੰ, ਟਾਇਰ ਟੂਰ ਦੇ ਪੈਸੇ ਕੱਟੇ ਜਾਂਦੇ ਹੋਣੇ। ਕੀ ਕੰਪਨੀਆਂ ਇਸ ਅੱਧੇ ਮੋਟਰਸਾਈਕਲ ਨੂੰ ਵਾਪਸ ਲੈਣਗੀਆਂ? ਕਿਉਂਕਿ ਇੰਜਣ ਵੀ ਹੈ ਸਾਰਿਆਂ ਦੇ, ਸਾਰਾ ਕੁਝ ਹੈ। ਇਹੀ ਨੀਤੀ ਹੈ ਜਿਹੜੀ ਬਣਾਉਣੀ ਪੈਂਦੀ ਹੈ। ਜੇ ਕੰਪਨੀਆਂ ਇਹਨਾਂ ਨੂੰ ਵਾਪਸ ਲੈਣ ਨੂੰ ਤਿਆਰ ਹੈ ਸਰਕਾਰ ਦੇ ਇਨੀਸ਼ੀਏਟਿਵ ਤੇ, ਕਿਉਂਕਿ 4-5 ਮੋਟਰਸਾਈਕਲ ਬਣਾਉਣ ਵਾਲੀਆਂ ਕੰਪਨੀਆਂ ਨੇ ਜੀ। ਜੇ ਪੰਜਾਬ ਸਰਕਾਰ 4-5 ਮੋਟਰਸਾਈਕਲ ਵਾਲੀਆਂ ਕੰਪਨੀਆਂ ਨਾਲ ਗੱਲ ਕਰੇ ਵੀ ਪੰਜਾਬ 'ਚ 50,000, 1 ਲੱਖ ਜਾਂ 3,000 ਮੋਟਰਸਾਈਕਲ ਨੇ, ਤੇ ਡੀਸੀਆਂ ਦੇ ਥਰੂ ਸਾਰੇ ਲੋਕਾਂ ਨੂੰ ਕਿਹਾ ਜਾਵੇ ਵੀ ਭਾਈ ਰਜਿਸਟਰ ਕਰੋ ਆਪਣੇ ਆਪ ਨੂੰ, ਤੇ ਪਤਾ ਲੱਗ ਜਾਣਾ ਕਿੰਨੀ ਕੰਪਨੀ ਦੇ ਕਿੰਨੇ ਮੋਟਰਸਾਈਕਲ ਨੇ। ਤੇ ਜੇ ਕੰਪਨੀਆਂ ਨੂੰ ਹੀ ਦੇ ਦਈਏ, ਅੱਗਾ ਹਿੱਸਾ ਤਾਂ ਹੈਗਾ, ਪਿੱਛਾ ਹਿੱਸਾ ਕੰਪਨੀਆਂ ਨੇ ਲਾ ਕੇ ਟਰੂ ਵੈਲਿਊ 'ਚ ਫੇਰ ਵੇਚ ਦੇਣਾ ਜੀ। ਸੋ ਗੱਲ ਤਾਂ ਨੀਤੀ ਤੇ ਹੱਲ ਕੱਢਣ ਦੀ ਹੈ। ਜੇ ਜੁਗਾੜ ਨਾਲ ਇਹ ਚੀਜ਼ਾਂ ਬਣ ਸਕਦੀਆਂ ਨੇ ਤੇ ਜੁਗਾੜ ਨਾਲ ਇਹਨਾਂ ਚੀਜ਼ਾਂ ਨੂੰ ਵਾਪਸ ਕੰਪਨੀ 'ਚ ਭੇਜਿਆ ਜਾ ਸਕਦਾ ਤੇ ਨਵਾਂ ਲੀਗਲ ਜੁਗਾੜ ਦਿੱਤਾ ਜਾ ਸਕਦਾ। ਅੱਛਾ, ਹੁਣ ਸੁਰੱਖਿਆ ਦੇ ਵੀ ਆ ਜਾਈਏ ਨਾਲ ਨਾਲ। ਸ਼ਾਇਦ ਭਗਵੰਤ ਮਾਨ ਨੂੰ ਪਤਾ ਨਹੀਂ ਹੋਣਾ, ਇਹਨਾਂ ਗਰੀਬ ਲੋਕਾਂ ਨੇ, ਦੇਖੋ ਸਾਰੇ ਗਰੀਬ ਨੇ ਸਾਡੇ ਵਰਗੇ, ਸੰਗਰੂਰ 'ਚ ਇਕੱਠੇ ਹੋਏ, ਬਰਨਾਲੇ 'ਚ ਇਕੱਠੇ ਹੋਏ, ਹਰ ਜ਼ਿਲ੍ਹੇ 'ਚ ਲੋਕ ਇਕੱਠੇ ਹੋਏ ਤੇ ਰਹਿਮ ਦੀਆਂ ਅਪੀਲਾਂ ਕਰ ਰਹੇ ਨੇ ਸਰਕਾਰ ਤੋਂ ਵੀ ਸਾਡੇ ਤੇ ਰਹਿਮ ਕਰੋ ਤੇ ਕੋਈ ਨਾ ਕੋਈ ਪਾਲਿਸੀ ਬਣਾਓ। ਸੋ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਕੁਝ ਨਾ ਕੁਝ ਪਾਲਿਸੀ ਬਣਾਊ। ਹੁਣ ਸਰਕਾਰ ਦੇ ਚੰਗੇ ਫੈਸਲੇ ਦੀ ਗੱਲ ਕਰ ਲਈਏ। ਭਗਵੰਤ ਮਾਨ ਨੇ ਸੁਰੱਖਿਆ ਕਹਿੰਦੇ 184 ਲੋਕਾਂ ਦੀ ਹੋਰ ਵਾਪਸ ਲੈ ਲਈ। ਕਈ ਬੜੇ ਦਿਲਚਸਪ ਲੋਕਾਂ ਤੋਂ ਸੁਰੱਖਿਆ ਵਾਪਸ ਲਈ ਹੈ। ਮੈਂ ਚਾਹੂੰਗਾ ਮਨਪ੍ਰੀਤ ਜੀ ਅੱਜ ਉਹਨਾਂ ਦੇ ਨਾਮ ਵੀ ਲੈ ਦਿਓ ਕਿ VVIP ਲੋਕ ਕਿਵੇਂ ਸੁਰੱਖਿਆ ਲੈਂਦੇ ਨੇ। ਰੱਬ ਸੁੱਖ ਰੱਖੇ, ਉਹਨਾਂ ਦੀ ਸੁਰੱਖਿਆ ਚਲੀ ਗਈ ਹੈ। ਰੱਬ ਸੁੱਖ ਰੱਖੇ, ਉਹਨਾਂ ਤੇ ਕੋਈ ਭਾਰ ਨਾ ਪਵੇ। ਉਹਨਾਂ ਨੂੰ ਇਹ ਵੀ ਬੇਨਤੀ ਹੈ ਵੀ ਪ੍ਰਾਈਵੇਟ ਸੁਰੱਖਿਆ ਲਓ। ਔਰ ਸੁਰੱਖਿਆ ਦੇ ਉੱਤੇ ਅਖੀਰ 'ਚ ਮੈਂ ਇੱਕ ਨੀਤੀਗਤ ਸਲਾਹ ਵੀ ਦਊਂਗਾ। ਪਹਿਲਾਂ ਤੁਹਾਡੀ ਗੱਲ ਸੁਣਦਾ। ਦੇਖੋ ਟੱਲਾ ਜੀ, ਵੈਸੇ ਤਾਂ ਉਹਨਾਂ ਨੇ ਜਿਹੜੇ ਸਾਬਕਾ ਮੰਤਰੀ ਆ, ਸਾਬਕਾ MLA ਆ, ਉਹਨਾਂ ਦੀ ਸੁਰੱਖਿਆ ਵਾਪਸ ਲਈ ਹੈ। 184 ਜਿਹੜੇ ਇਹ ਵਿਅਕਤੀਆਂ ਦੀ ਸੁਰੱਖਿਆ ਵਾਪਸ ਲਈ ਹੈ। ਇਹਨਾਂ ਤੋਂ ਲਗਭਗ 350 ਜਿਹੜਾ ਪੁਲਿਸ ਮੁਲਾਜ਼ਮ ਆ, ਉਹ ਸੁਰਖਰੂ ਹੋ ਕੇ ਆਪਣੇ ਥਾਣਿਆਂ 'ਚ ਰਿਪੋਰਟ ਕਰੂਗਾ, ਆਪਣੇ ਜ਼ਿਲ੍ਹਿਆਂ 'ਚ ਰਿਪੋਰਟ ਕਰੂਗਾ। ਇਸ ਤੋਂ ਪਹਿਲਾਂ ਵੀ ਪਿਛਲੇ ਦਿਨਾਂ 'ਚ ਵੀ ਸੁਰੱਖਿਆ ਵਾਪਸ ਲਈ ਗਈ ਸੀ। ਉਦੋਂ ਵੀ ਲਗਭਗ 300 ਦੇ ਕਰੀਬ, ਲਗਭਗ ਤੁਸੀਂ ਕਹਿ ਸਕਦੇ ਹੋ ਕਿ 600-700 ਬੰਦਾ ਪਿਛਲੇ ਦਿਨਾਂ ਦੇ ਵਿੱਚ ਵਾਪਸ ਬੁਲਾਇਆ ਗਿਆ ਸੁਰੱਖਿਆ ਤੋਂ। ਜਿਹੜੇ ਇੰਟਰਸਟਿੰਗ ਫੈਕਟਸ ਆ, ਵੈਸੇ ਤਾਂ ਜਿਹੜੇ ਲੀਡਰਸ ਨੇ ਉਹਨਾਂ ਨੂੰ ਤਾਂ ਮਿਲੀ ਸੀ ਕਿਉਂਕਿ ਕੁਝ MLA ਸੀ, ਕੁਝ ਮੰਤਰੀ ਸੀ, ਪਰ ਕੁਝ ਜਿਹੜੇ ਨਾਮ ਨੇ ਉਹ ਬੜੇ ਇੰਟਰਸਟਿੰਗ ਨੇ, ਉਹ ਮੈਂ ਤੁਹਾਨੂੰ ਜ਼ਰੂਰ ਦੱਸੂਗਾ। ਇੱਕ ਤਾਂ ਚਰਨਜੀਤ ਸਿੰਘ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਆ, ਉਹਨਾਂ ਦੇ ਪਰਿਵਾਰ ਨੂੰ ਸੁਰੱਖਿਆ ਮਿਲੀ ਸੀ, ਉਹ ਵੀ ਵਾਪਸ ਲੈ ਲਈ ਗਈ ਆ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਮੁੰਡੇ ਰਣਿੰਦਰ ਸਿੰਘ ਨੂੰ, ਉਹਨਾਂ ਨੂੰ ਵੀ ਸੁਰੱਖਿਆ ਮਿਲੀ ਹੋਈ ਸੀ, ਉਹ ਵਾਪਸ ਲੈ ਲਈ ਗਈ ਆ। ਪੁਨੀਤ ਕੌਰ ਨੇ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਅਕਾਲੀ ਲੀਡਰ ਆ, ਪੱਟੀ ਤੋਂ ਲੀਡਰ ਆ, ਉਹਨਾਂ ਦੀ ਇਹ ਵਾਈਫ ਆ, ਉਹਨਾਂ ਨੂੰ ਸੁਰੱਖਿਆ ਮਿਲੀ ਸੀ। ਵੈਸੇ ਮੈਂ ਇਹ ਵੀ ਦੱਸਦਾ ਕਿ ਸੁਖਬੀਰ ਸਿੰਘ ਬਾਦਲ ਹੋਣਾ ਦੀ ਸਿਸਟਰ ਆ, ਉਹਨਾਂ ਦੀ ਭੈਣ ਆ, ਜਿਹੜੇ ਆਦੇਸ਼ ਪ੍ਰਤਾਪ ਕੈਰੋਂ ਹੋਣਾ ਨਾਲ ਵਿਆਹੇ ਹੋਏ ਆ, ਇਹਨਾਂ ਦੀ ਸੁਰੱਖਿਆ ਸੀ, ਇਹਨਾਂ ਦੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਆ। ਇਸੇ ਤਰ੍ਹਾਂ ਅਰਜੁਨ ਬਾਦਲ, ਅਰਜੁਨ ਬਾਦਲ ਕੌਣ ਆ? ਮਨਪ੍ਰੀਤ ਸਿੰਘ ਬਾਦਲ ਦਾ ਮੁੰਡਾ। ਚਰਨਜੀਤ ਕੌਰ ਬਾਜਵਾ, ਪ੍ਰਤਾਪ ਸਿੰਘ ਬਾਜਵਾ ਜਿਹੜੇ ਹੁਣ ਲੀਡਰ ਆਫ ਦੀ ਆਪੋਜੀਸ਼ਨ ਬਣੇ ਆ, ਵੈਸੇ ਚਰਨਜੀਤ ਕੌਰ ਬਾਜਵਾ ਆਪ ਵੀ MLA ਰਹੇ ਆ, ਇਹਨਾਂ ਦੀ ਵੀ ਸਿਕਿਉਰਿਟੀ ਹੈ ਜਿਹੜੀ ਉਹ ਵਾਪਸ ਲੈ ਲਈ ਗਈ ਆ। ਇਸੇ ਤਰ੍ਹਾਂ ਤੁਹਾਨੂੰ ਹੋਰ ਦੱਸਦਾ, ਪਿਛਲੇ ਸਾਡੇ ਸਾਬਕਾ ਹੋਮ ਮਿਨਿਸਟਰ ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਦੇ ਮੁੰਡੇ ਉਦੈਵੀਰ ਸਿੰਘ ਨੂੰ ਵੀ ਸਿਕਿਉਰਿਟੀ ਮਿਲੀ ਹੋਈ ਸੀ, ਪਰ ਸਿਕਿਉਰਿਟੀ ਵਾਪਸ ਲਈ ਹੈ। ਚੰਗਾ ਫੈਸਲਾ ਹੈ। ਮਨਪ੍ਰੀਤ ਜੀ, ਸਮਾਂ ਜ਼ਿਆਦਾ ਹੋ ਗਿਆ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ। ਫੇਰ ਮੁਲਾਕਾਤ ਹੋਏਗੀ ਜੀ ਸੋਮਵਾਰ ਨੂੰ। ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਡੱਲਾ ਜੀ।